2014 ਤੋਂ ਜਦੋਂ ਦੀ ਬੀਜੇਪੀ ਕੇਂਦਰ ਦੇ ਵਿੱਚ ਆਈ ਹੈ ਉਦੋਂ ਤੋਂ ਘੱਟ ਗਿਣਤੀਆਂ ਨੂੰ ਜਿਹੜਾ ਆ ਟਾਰਗੇਟ ਕੀਤਾ ਜਾਂਦਾ। ਇਹ ਜਿਹੜੀ ਕਾਰਵਾਈ ਆ ਇਹ ਇੱਕ ਟਾਰਗੇਟਿੰਗ ਕਾਰਵਾਈ ਹੈਗੀ ਆ ਔਰ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਦੇ ਲਈ ਕੀਤੀ ਜਾ ਰਹੀ। ਕੀ ਕਾਰਨ ਹੈਗਾ ਵੈ ਕਿ ਲੋਕ 90% ਕ੍ਰਿਸਚਨ ਕਨਵਰਟ ਹੋ ਗਏ? ਇਹ ਆਪਣੇ ਆਪ 'ਚ ਨਾ ਇੱਕ ਬੜੇ ਵੱਡੇ ਕੁਐਸਚਨ ਮਾਰਕ ਔਰ ਸਵਾਲ ਖੜੇ ਕਰਦਾ ਹੈ ਜਿਹਦਾ ਮਤਲਬ ਵੀ ਹੈ कि रेट्स किस कारण कीतियां गई हैं कि ईडी ਨੂੰ ਡਾਊਟ ਹੈਗਾ ਵੈ ਕਿ ਕੁਝ ਫੋਰਨ ਫੰਡਿੰਗ ਹੋਈਆਂ ਵੈ। ਉਹ ਫੋਰਨ ਫੰਡਿੰਗ ਦਾ ਇਸਤੇਮਾਲ ਜਿਹੜਾ ਹੈਗਾ ਧਰਮ ਪਰਿਵਰਤਨ ਲਈ ਉਹਨਾਂ ਦੇ ਪਾਦਰੀਆਂ ਨੇ ਕੀਤਾ ਹੈਗਾ। ਜੇ ਕੋਈ ਧਰਮ ਬਿਨਾਂ ਕਿਸੇ ਭੇਦਭਾਵ ਕੀਤੇ ਹੋਏ ਕਿਸੇ ਵੀ ਧਰਮ ਦੇ ਬੰਦੇ ਦੀ ਮਦਦ ਕਰਦਾ ਹੈ ਉਹ ਗੱਲ ਇਹਦੇ 'ਚ ਕਵਰ ਨਹੀਂ ਹੁੰਦੀ। ਪਰ ਜੇ ਉਹਨੂੰ ਮਦਦ ਇਸ ਕੰਡੀਸ਼ਨ ਤੇ ਕੀਤੀ ਜਾਂਦੀ ਹੈ ਕਿ ਤੂੰ ਆਪਣਾ ਧਰਮ ਨੂੰ ਕਨਵਰਟ ਕਰਨਾ ਹੈ, ਇਹ ਚੀਜ਼ ਆਬਜੈਕਸ਼ਨੇਬਲ ਹੈਗੀ। ਈਡੀ ਜਿਹੜੇ ਪੰਜਾਬ ਦੇ ਵਿੱਚ ਕੀ ਕਰਨ ਆਈ, ਰੇਡ ਕੀ ਕਰਨ ਆਈ? ਇਹ ਪੈਸਿਆਂ ਦਾ ਲੈਣ ਦੇਣ ਦਾ ਜ਼ਿਆਦਾ ਮਾਮਲਾ ਕਰਪਸ਼ਨ ਦਾ ਕਿਉਂ? ਤੁਹਾਨੂੰ ਨਹੀਂ ਪਤਾ ਲੱਗ ਸਕਿਆ ਵੀ ਇੱਥੇ ਇੰਨਾ ਜ਼ਬਰਦਸਤ ਪੈਸਿਆਂ ਦਾ ਫੰਡਿੰਗ ਹੋ ਰਹੀਆਂ, ਲੈਣ ਦੇਣ ਹੋ ਰਿਹਾ? ਇਨਫੋਰਸਮੈਂਟ ਡਾਇਰੈਕਟਰ ਨੂੰ ਪਤਾ ਲੱਗ ਗਿਆ, ਬਾਹਰੋਂ ਆ ਕੇ ਉਹ ਇੱਥੇ ਚੈੱਕ ਕਰ ਰਹੇ ਨੇ ਕਿ ਤੁਹਾਡੀ ਪੰਜਾਬ ਸਰਕਾਰ ਸੁੱਚੀ ਪਈ। ਪਰ ਜਿਹੜੇ ਅਖੌਤੀ ਬਣ ਬੈਠੇ ਨੇ ਧਰਮ ਦੇ ਠੇਕੇਦਾਰ, 10ਵੀਂ ਪਾਸ ਨਹੀਂ ਗਏ, ਉਹ ਘੱਟ ਪੜ੍ਹੇ ਲਿਖੇ ਨੇ, ਭੋਲੇ ਭਾਲੇ ਜਨਤਾ ਨੂੰ ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਅੱਜ ਪੰਜਾਬ ਦੇ ਕ੍ਰਿਸਚਨ ਪੰਜਾਬ ਲਈ ਕੋਈ ਥ੍ਰੈਟ ਨਹੀਂ ਹੈ, ਇਸ ਕਰਕੇ ਕਨਵਰਸ਼ਨ ਦਾ ਜਿਹੜਾ ਮਸਲਾ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ। ਉਹ ਮਾਈਨੋਰਟੀਜ਼ ਦਾ ਵੀ ਡਿਫਰੈਂਟ ਹੈ। ਪੰਜਾਬ ਗਵਰਨਮੈਂਟ ਨਹੀਂ ਐਕਟ ਕਰ ਪਾਈ ਤੇ ਹੁਣ ਸੈਂਟਰ ਗਵਰਨਮੈਂਟ ਨੇ ਉਹਨੂੰ ਐਕਟ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਰਦਾ ਚੱਕਿਆ ਜਾਏਗਾ। ਤੇ ਮੇਰੀ ਬੇਨਤੀ ਇਹ ਹੈ ਵੀ ਖਾਲੀ ਕ੍ਰਿਸਚਨਾਂ ਦੇ ਬਾਬਿਆਂ ਨੂੰ ਨਹੀਂ, ਇਹ ਜਿਨ੍ਹਾਂ ਨੇ ਕ੍ਰਿਸਚਨਾਂ ਦਾ ਬੈਨਰ ਲਾਇਆ ਉਹਨਾਂ ਤੇ ਤਾਂ ਤੁਸੀਂ ਕਾਰਵਾਈ ਕਰਤੀ ਹੈ। ਜਿਹੜੇ ਬੰਦਿਆਂ ਨੇ ਹੋਰ ਬੈਨਰ ਲਾਏ ਹੋਏ ਆ, ਹੋਰ ਬਾਬੇ ਜਿਹੜੇ ਬੈਠੇ ਆ ਹੋਰ ਧਰਮਾਂ ਦੇ, ਉਹਨਾਂ ਨੂੰ ਤੁਸੀਂ ਕਿਉਂ ਛੱਡ ਰਹੇ ਹੋ? ਕਿਸੇ ਵੀ ਬੰਦੇ ਬਾਰੇ, ਕਿਸੇ ਆਰਗੇਨਾਈਜੇਸ਼ਨ ਬਾਰੇ ਤੇ ਸਰਕਾਰ ਉਹਦੇ ਤੇ ਐਕਸ਼ਨ ਲੈਂਦੀ ਹੈ। ਜੇ ਕੋਈ ਰਾਮ ਰਹੀਮ ਬਾਰੇ ਐਸੀ ਕੋਈ ਜਾਣਕਾਰੀ ਆਏਗੀ ਤੇ ਉਹਦੇ ਖਿਲਾਫ ਵੀ ਐਕਸ਼ਨ ਹੋਏਗਾ ਡੈਫੀਨੇਟਲੀ। ਅੱਗੇ ਵੀ ਤੇ ਉਹਦੇ ਖਿਲਾਫ ਐਕਸ਼ਨ ਹੋ ਕੇ ਉਹਨੂੰ ਅੰਦਰ ਕੀਤਾ ਹੀ ਹੈ ਨਾ ਗਵਰਨਮੈਂਟ ਨੇ। ਐਸਜੀਪੀਸੀ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ। 10 ਸਾਲ ਇਹਨਾਂ ਦੀ ਸਰਕਾਰ ਰਹੀ ਆ, 700 ਭੁਗਦੇ ਰਹੇ, ਪਰ ਇਹਨਾਂ ਨੇ ਕੋਈ ਧਿਆਨ ਨਹੀਂ ਕੀਤਾ। ਜੇ ਧਿਆਨ ਕਰਦੇ ਤੇ ਇਹਨਾਂ ਧਰਮ ਪਰਿਵਰਤਨ ਨਾ ਹੁੰਦਾ। ਈਡੀ ਨੇ ਉਹਨਾਂ ਤੇ ਰੇਡ ਕੀਤੀ ਆ ਜਿਨ੍ਹਾਂ ਨੂੰ ਫੋਰਨ ਦੀ ਫੰਡਿੰਗ ਹੁੰਦੀ ਆ ਔਰ ਪੈਸੇ ਦੇ ਨਾਲ ਇਹ ਲੋਕਾਂ ਨੂੰ ਧਰਮ ਪਰਿਵਰਤਨ ਕਰਦੇ ਨੇ। ਕੋਈ ਮੁਗਲਾਂ ਦਾ ਟਾਈਮ ਤਾਂ ਹੈ ਨਹੀਂ ਆ ਕਿ ਕੋਈ ਕਿਸੇ ਨੂੰ ਫੋਰਸਫੁਲੀ ਜਿਹੜਾ ਉਹਦਾ ਕਨਵਰਜਨ ਕਰੇਗਾ। ਇਹ ਡੈਮੋਕ੍ਰੈਟਿਕ ਕੰਟਰੀ ਆ ਔਰ ਇੱਥੇ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਉਹਨਾਂ ਦੀ ਨਿਗਰਾਨੀ ਕਰਦੀਆਂ ਨੇ। ਤੁਹਾਨੂੰ ਨਹੀਂ ਚਾਹੀਦਾ ਵੀ ਜਿਹੜੇ ਨਕਲੀ ਉੱਗ ਆਏ ਆ, ਈਡੀ ਤੋਂ ਪਹਿਲਾਂ ਤੁਹਾਡਾ ਸਮਾਜ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਦੱਸੋ ਇੰਨੇ ਪੈਸੇ ਤੁਸੀਂ ਕਿੱਥੋਂ ਲੈਂਦੇ ਆ, ਤੁਸੀਂ ਦੱਸੋ ਇੰਨੀਆਂ ਗੱਡੀਆਂ ਤੁਹਾਡੇ ਕੋਲ ਕਿੱਥੋਂ ਆ ਗਿਆ, ਤੁਸੀਂ ਦੱਸੋ ਤੁਹਾਡੀ ਡਿਗਰੀ ਕੀ ਆ। ਵੀ ਪਖੰਡਵਾਦ ਤੋਂ ਪੀੜਤ ਆ ਤੇ ਪਖੰਡ ਦੇ ਖਿਲਾਫ ਆ। ਅਸੀਂ ਪਖੰਡ ਦਾ ਸਮਰਥਨ ਨਹੀਂ ਕਰਦੇ। ਇਹ ਜਿਹੜੇ ਨਕਲੀ ਲੋਕ ਆ ਉਹਨਾਂ ਦੇ ਖਿਲਾਫ ਸਰਕਾਰ ਨੀਤੀ ਬਣਾਵੇ ਤਾਂ ਕਿ ਇਹ ਪੰਜਾਬ ਦੇ ਵਿੱਚੋਂ ਪਖੰਡਵਾਦ, ਮੈਨੂੰ ਪਤਾ ਪਖੰਡਵਾਦ ਦੀ ਵਜ੍ਹਾ ਨਾਲ ਅੱਜ ਇੱਕ ਵਿਗਿਆਨਕ ਜਿਹੜੀ ਸੋਚ ਆ ਉਹ ਖਤਮ ਹੁੰਦੀ ਜਾ ਰਹੀ ਹੈ। ਮੇਨ ਸਟਰੀਮ ਜਿਹੜੇ ਰਿਲੀਜਨਸ ਹੈਗੇ ਆ ਉਹਨਾਂ ਦਾ ਇਹ ਮੁੱਢਲਾ ਫਰਜ਼ ਬਣਦਾ ਕਿ ਉਹ ਜਿਹੜੇ ਕਮਜ਼ੋਰ ਵਰਗ ਹੈ ਉਹਨਾਂ ਦੇ ਵਿੱਚ ਹੈਗਾ ਉਸ ਨੂੰ ਆਪਣੇ ਗਲੇ ਨਾਲ ਲਾਣ ਤੇ ਉਸ ਨੂੰ ਆਪਣਾ ਮਤਲਬ ਪੂਰਾ ਨਿੱਘ ਦੇਣ। ਖਰੜ ਦੇ ਵਿੱਚ ਇਸ਼ੂ ਬਣਿਆ ਸੀਗਾ, ਇੱਕ ਕਿਸਾਨ ਇੱਕ ਉੱਥੇ ਖੇਤ ਬਾਹ ਰਿਹਾ ਸੀਗਾ, ਉੱਥੇ ਇੱਕ ਡੇਰਾ ਚੱਲਦਾ ਹੈ ਯਿਸੂ ਮਸੀਹ ਦੀ ਆੜ 'ਚ, ਤੇ ਉਦੋਂ ਉਹਨਾਂ ਨੇ ਕਿਸਾਨਾਂ ਨੇ ਧਰਨਾ ਵੀ ਲਾਇਆ ਵੀ ਇੱਥੋਂ ਡੇਰਾ ਚੁਕਾਇਆ ਜਾਵੇ। ਉਦੋਂ ਸਰਕਾਰ ਜਿਹੜੀ ਆ ਉਸ ਵੇਲੇ ਸਰਕਾਰ ਨੂੰ ਵੀ ਜਿਹੜੀ ਆ ਉਹ ਕਨਵੀਨੀਅੰਸ ਹੁੰਦੀ ਆ ਕਿਉਂਕਿ ਵੋਟਾਂ ਲੈਣੀਆਂ। ਪੰਜਾਬ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਸੁਧ ਲਿੱਤੀ ਜਾਵੇ ਕਿਉਂਕਿ ਜੋ ਲੋਕ ਬੜੇ ਬਾਰਡਰ ਤੇ ਬਿਲਕੁਲ ਨੇੜੇ ਰਹਿੰਦੇ ਪਏ ਹੈ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀਆਂ ਨਹੀਂ ਹੈਗੀਆਂ। ਧਰਮ ਪਰਿਵਰਤਨ ਹੋਵੇ ਤੇ ਖਾਸ ਤੌਰ ਤੇ ਇਹੋ ਜਿਹੇ ਬੰਦੇ ਧਰਮ ਪਰਿਵਰਤਨ ਕਰਾਉਣ ਜਿਨ੍ਹਾਂ ਦਾ ਆਪਣਾ ਪਿੱਛੋਂ ਇਤਿਹਾਸ ਉਸ ਧਰਮ ਦੇ ਵਿੱਚ ਨਾ ਰਿਹਾ ਹੋਵੇ, ਉਹ ਬੜੀ ਖਤਰਨਾਕ ਗੱਲ ਹੈ। ਮੇਰੀ ਬੇਨਤੀ ਗਵਰਨਮੈਂਟ ਨੂੰ ਇਹ ਹੈ ਕਿ ਪਿਕ ਐਂਡ ਚੂਜ਼ ਨਾ ਕੀਤਾ ਜਾਵੇ। ਸਾਰੇ ਬਾਬਿਆਂ ਦੀ ਇੱਕ ਵਾਰੀ ਈਡੀ ਜਾਂਚ ਕਰੇ, ਸਾਰੇ ਬਾਬਿਆਂ ਦੇ ਖਾਤੇ ਸਰਚ ਕੀਤੇ ਜਾਣ। ਸਮਾਜ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕੁਝ ਆਪਣੀ ਗਲਤ ਐਕਟੀਵਿਟੀਜ਼ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਰਕਾਰ ਡੈਫੀਨੇਟਲੀ ਜਾਂਚ ਕਰੇਗੀ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਕੋਈ ਸਮਾਜ ਇੱਕ ਸਹੀ ਢੰਗ ਦੇ ਨਾਲ ਚੱਲੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਵਿੱਚ ਅੱਜ ਈਡੀ ਵੱਲੋਂ ਜਿਹੜੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਕਈ ਚਰਚ ਹੈਗੇ ਹੈ ਉਹਨਾਂ ਨਾਲ ਜੁੜੇ ਜਿਹੜੇ ਪਾਦਰੀ ਹੈ
ਉਹਨਾਂ ਵੱਲੋਂ ਜਿਹੜੇ ਛਾਪੇਮਾਰੀ ਕੀਤੀ ਗਈ ਹੈ ਕੇਂਦਰੀ ਏਜੰਸੀ ਵੱਲੋਂ, ਇਹਦੇ ਨਾਲ ਵੱਡੀ ਪੱਧਰ 'ਤੇ ਜਿੱਥੇ ਇੱਕ ਤਰ੍ਹਾਂ ਦਾ ਖਲਬਲੀ ਦਾ ਮਾਹੌਲ, ਉੱਥੇ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਹੈਗਾ ਉੱਠਦੇ ਨਜ਼ਰ ਆ ਰਹੇ ਹੈ। ਇਹਦਾ ਪਿਛੋਕੜ ਕੀ ਹੈ? ਜਿਹੜੇ ਸਵਾਲ ਉੱਠ ਰਹੇ ਹੈ ਵੱਖ-ਵੱਖ ਹਲਕਿਆਂ ਦੇ ਅੰਦਰ, ਕਿਧਰੇ ਕਿਹਾ ਜਾ ਰਿਹਾ ਕਿ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਲੈ ਕੇ ਆਮਦਨ ਦੇ ਸੋਰਸਿਸ ਕੀ ਹੈ ਚਰਚਿਸ ਦੇ ਜਾਂ ਪਾਦਰੀ ਸਾਹਿਬਾਨ ਦੇ, ਉਹਨਾਂ ਮੁੱਦਿਆਂ ਨੂੰ ਲੈ ਕੇ। ਕਿਧਰੇ ਇਹ ਵੀ ਹੈ ਕਿ ਕੀ ਇਹ ਜਿਹੜਾ ਪੈਸਾ ਜਾਂ ਸਰਮਾਇਆ ਹੈ ਉਹ ਸਹੀ ਸੋਰਸਿਸ ਦੇ ਰਾਹੀਂ ਆਇਆ ਵਾ। ਖੈਰ, ਇਹ ਮਾਮਲਾ ਜਾਂਚ ਏਜੰਸੀਆਂ ਦਾ ਹੈ, ਪਰ ਪੰਜਾਬ ਇਸ ਮਾਮਲੇ 'ਤੇ ਵੱਡੇ ਸਵਾਲ। ਸਾਡੇ ਨਾਲ ਇਹਨਾਂ ਮੁੱਦਿਆਂ 'ਤੇ ਜਿਹੜੇ ਪੈਨਲ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਹੈ। ਅਮਰਿੰਦਰ ਸਿੰਘ ਜੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ। ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ। ਇੱਦਾਂ ਹੀ ਸੰਜੇ ਕਪੂਰ ਜੀ ਨੁਮਾਇੰਦਗੀ ਕਰਦੇ ਹੈ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ। ਕਾਂਗਰਸ ਪਾਰਟੀ ਵੱਲੋਂ ਨਰਿੰਦਰ ਸੰਧੂ। ਇੱਦਾਂ ਹੀ ਜਦੋਂ ਆਪਾਂ ਕ੍ਰਿਸਚੀਅਨ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਕ੍ਰਿਸਚੀਅਨ ਭਾਈਚਾਰੇ ਦਾ ਜਿਹੜਾ ਨੈਸ਼ਨਲ ਲੈਵਲ ਦਾ ਫਰੰਟ ਹੈ ਉਹਦੇ ਕੌਮੀ ਪ੍ਰਧਾਨ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ, ਲਾਰੈਂਸ ਚੌਧਰੀ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ 'ਤੇ ਆਉਣ ਲਈ, ਇਹਨਾਂ ਮੁੱਦਿਆਂ 'ਤੇ ਜਾਣਕਾਰੀ ਦੇਣ ਦੇ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਚੌਧਰੀ ਸਾਹਿਬ, ਪਹਿਲਾ ਸਵਾਲ, ਕਿਉਂਕਿ ਮਾਮਲਾ ਸਿੱਧੇ ਤੌਰ 'ਤੇ ਤੁਹਾਡੇ ਨਾਲ ਜੁੜਿਆ ਹੋਇਆ ਹੈ। ਅੱਜ ਜਿਹੜੀ ਕੇਂਦਰੀ ਏਜੰਸੀ ਵੱਲੋਂ ਛਾਪੇਮਾਰੀ ਹੋਈ ਹੈ, ਵੱਡੇ ਪੱਧਰ 'ਤੇ ਸਵਾਲ ਵੀ ਉੱਠ ਰਹੇ ਆ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਬੜੇ ਸੈਂਸਿਟਿਵ ਮੁੱਦੇ ਤੇ ਸਾਨੂੰ ਇਸ ਡਿਬੇਟ ਦੇ ਵਿੱਚ ਸ਼ਾਮਿਲ ਕੀਤਾ। ਮਿਹਰਬਾਨੀ। ਐਕਚੁਅਲੀ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਕ੍ਰਿਸਚੀਅਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ, ਜਦ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਜਿਹੜਾ ਆਰਟੀਕਲ 25 ਆ ਉਹਦੇ ਮੁਤਾਬਕ ਹਰੇਕ ਧਰਮ ਨੂੰ ਆਪਣਾ ਧਰਮ ਪ੍ਰਸਾਰ ਕਰਨ ਦੀ ਪੂਰੀ ਆਜ਼ਾਦੀ ਆ ਤੇ ਇੰਡੀਵਿਜੂਅਲ ਤੌਰ ਤੇ ਹਰੇਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਪੂਰਨ ਆਜ਼ਾਦੀ ਜੀ। ਪਰ ਵੈਰੀ ਅਨਫੋਰਚੂਨੇਟ ਕਿ 2014 ਤੋਂ ਜਦੋਂ ਦੀ ਬੀਜੇਪੀ ਕੇਂਦਰ ਦੇ ਵਿੱਚ ਆਈ ਆ, ਉਦੋਂ ਤੋਂ ਘੱਟ ਗਿਣਤੀਆਂ ਨੂੰ ਜਿਹੜਾ ਆ ਉਹ ਟਾਰਗੇਟ ਕੀਤਾ ਜਾਂਦਾ। ਸੋ ਮੈਂ ਇਹ ਜਿਹੜੀ ਗੱਲ ਹੁਣੇ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਕਹਿ ਰਹੇ ਸੀਗੇ ਕਿ ਅੱਜ ਈਡੀ ਦੇ ਜਿਹੜੇ ਰੇਟ ਹੋਏ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਰੇਟ ਹੋਣੇ ਨਹੀਂ ਚਾਹੀਦੇ, ਹੋਣੇ ਚਾਹੀਦੇ ਆ, ਪਰ ਸਪੈਸੀਫਿਕ ਕਿਸੇ ਧਰਮ ਨੂੰ ਟਾਰਗੇਟ ਕਰਕੇ ਕਰਨੇ ਇਹ ਨਹੀਂ ਗੱਲ ਚੰਗੀ ਹੈਗੀ ਜੀ। ਠੀਕ ਆ, ਜਿਹੜੀ ਜਾਂਚ ਏਜੰਸੀਆਂ ਦਾ ਕੰਮ ਹੁੰਦਾ ਆ ਜਾਂਚ ਕਰਨਾ, ਜਾਂਚ ਹੋਣੀ ਚਾਹੀਦੀ ਆ, ਪਰ ਇਦਾਂ ਟਾਰਗੇਟ ਕਰਕੇ ਨਹੀਂ ਕਰਨਾ ਚਾਹੀਦਾ। ਸੋ ਜੇ ਕੋਈ ਇਦਾਂ ਦੀ ਗੱਲ ਹੈਗੀ ਆ, ਠੀਕ ਆ, ਉਹ ਜਨਤਾ ਦੇ ਸਾਹਮਣੇ ਆਉਣੀ ਚਾਹੀਦੀ ਆ, ਅਸੀਂ ਉਹਦੇ ਖਿਲਾਫ ਨਹੀਂ ਆ। ਪਰ ਮੈਂ ਇਹ ਬੇਨਤੀ ਕਰਦਾ ਕਿ ਜੋ ਕ੍ਰਿਸਚੀਅਨ ਕਮਿਊਨਿਟੀ ਦੀ ਕੰਟਰੀਬਿਊਸ਼ਨ ਆ ਪੂਰੇ ਆਲ ਓਵਰ ਦੀ ਵਰਲਡ ਅਸੀਂ ਦੇਖੀਏ, ਖਾਸ ਕਰਕੇ ਭਾਰਤ ਵਿੱਚ ਸਿਹਤ ਸੇਵਾਵਾਂ 'ਚ, ਐਜੂਕੇਸ਼ਨ 'ਚ ਬਹੁਤ ਵੱਡੀ ਹੈ। ਸੋ ਉਹਨਾਂ ਚੀਜ਼ਾਂ ਨੂੰ ਜਿਹੜਾ ਇਗਨੋਰ ਨਹੀਂ ਕਰਨਾ ਚਾਹੀਦਾ। ਬਾਕੀ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਕਾਰਵਾਈ ਆ ਇਹ ਇੱਕ ਟਾਰਗੇਟਿੰਗ ਕਾਰਵਾਈ ਹੈਗੀ ਆ ਔਰ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਦੇ ਲਈ ਕੀਤੀ ਜਾ ਰਹੀ। ਜਿਸ ਮੈਂ ਕਿ ਮਹਿਮਾਨਾਂ ਤੋਂ ਸਵਾਲ ਲੈਣਾ ਹੈ, ਇਸ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਲੈਣਾ ਹੈਗਾ। ਤੁਸੀਂ ਜਿੱਦਾਂ ਜ਼ਿਕਰ ਕੀਤਾ, ਕੀ ਲੱਗਦਾ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਨਫ਼ਰਤ ਦੀ ਰਾਜਨੀਤੀ ਦੇ ਅਧੀਨ ਕੀਤਾ ਜਾ ਰਿਹਾ ਹੈ ਕਿ ਘੱਟ ਗਿਣਤੀ ਦਾ ਤੁਸੀਂ ਗੱਲ ਕਰਦੇ ਹੋ, ਕਿ ਘੱਟ ਗਿਣਤੀਆਂ ਨੂੰ ਦਬਾਉਣ ਦੇ ਲਈ, ਨਫ਼ਰਤ ਫੈਲਾਉਣ ਦੇ ਲਈ ਇਹ ਕਾਰਵਾਈ ਪੰਜਾਬ 'ਚ ਕੀਤੀ ਗਈ ਹੈ? ਬਿਲਕੁਲ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਤੁਸੀਂ ਦੇਖੋ ਕਿ ਜਿਹੜੇ ਛੱਤੀਸਗੜ੍ਹ 'ਚ ਹਮਲੇ ਆ, ਮੱਧ ਪ੍ਰਦੇਸ਼ 'ਚ ਹਮਲੇ ਆ, ਇਹ ਸਿਰਫ ਜਿਹੜੀ ਮਤਲਬ ਸਰਕਾਰ ਸੈਂਟਰ ਗਵਰਨਮੈਂਟ ਆ ਉਹ ਅਸਲੀ ਮੁੱਦਿਆਂ ਤੋਂ ਧਿਆਨ ਡਾਈਵਰਟ ਕਰਨ ਦੇ ਲਈ ਜਿਹੜਾ ਕਮਿਊਨਲ ਏਜੰਡਾ ਲੈ ਰਹੀ ਹੈ। ਠੀਕ ਆ, ਜੇ ਭਾਰਤ ਦਾ ਸੰਵਿਧਾਨ ਜਿਹੜਾ ਆ ਉਸ ਤੋਂ ਉੱਪਰ ਤਾਂ ਕੋਈ ਇੰਸਟੀਟਿਊਟ ਨਹੀਂ ਨਾ ਹੈਗਾ ਜੀ। ਜਿਹੜਾ ਕੰਸਟੀਟਿਊਸ਼ਨ ਜਿਹੜਾ ਹੈਗਾ, ਕੰਸਟੀਟਿਊਸ਼ਨ ਆ ਉਹ ਤਾਂ ਬੜਾ ਸੁਪਰੀਮ ਆ, ਉਹ ਤੇ ਇਕੁਐਲਿਟੀ ਦੀ ਗੱਲ ਕਰਦਾ ਆ, ਉਹ ਤੇ ਸਭ ਨੂੰ ਬਰਾਬਰ ਜਿਹੜਾ ਆ ਦੇਖਦਾ ਆ। ਪਰ ਇਹ ਸਿਰਫ ਧਿਆਨ ਵੰਡਣ ਦੇ ਲਈ ਆ ਕਿ ਮਿਨੋਰਿਟੀ ਨੂੰ ਟਾਰਗੇਟ ਕਰ ਲਿਆ ਜਾਵੇ, ਪੋਲਰਾਈਜੇਸ਼ਨ ਦੀ
ਜਿਹੜੀ ਗੱਲ ਹੈਗੀ ਆ, ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਜੋੜ ਕੇ ਦੇਖੋ, ਟਾਈਮਿੰਗ ਦੇਖੋ ਕੀ ਆ ਨਾ। ਮੁਰੇ ਇੱਕ ਮਤਲਬ ਬਾਈ ਇਲੈਕਸ਼ਨ ਆ ਜਲੰਧਰ ਦੇ ਵਿੱਚ MP ਦਾ, ਠੀਕ ਹੈ। ਦੂਸਰਾ ਇਹ ਆ ਵੀ ਅੱਗੇ ਨੈਕਸਟ 24 ਆ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹ ਕੰਮ ਕੀਤੇ ਜਾਂਦੇ ਆ। ਬਿਲਕੁਲ ਚੌਧਰੀ ਸਾਹਿਬ, ਤੁਹਾਡਾ ਆਪਣਾ ਵਿਊ ਪੁਆਇੰਟ ਆ, ਤੁਸੀਂ ਬਣੇ ਰਹੋ ਸਾਡੇ ਨਾਲ। ਫੇਰ ਆਵਾਂਗੇ ਆਪਾਂ ਇਸੇ ਮੁੱਦੇ ਤੇ। ਸੰਜੇ ਕਪੂਰ, ਜਿਸ ਮਾਮਲੇ ਤੇ ਗੱਲ ਕੀਤੀ ਜਾ ਰਹੀ ਹੈ, ਕ੍ਰਿਸਚੀਅਨ ਫਰੰਟ ਦੇ ਆਗੂ, ਉਹਨਾਂ ਦਾ ਕਹਿਣਾ ਹੈ ਕਿ ਕ੍ਰਿਸਚੀਅਨ ਘੱਟ ਗਿਣਤੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਸੇਵਾਵਾਂ ਨੂੰ ਇਗਨੋਰ ਕੀਤਾ ਗਿਆ ਜਾਣ ਬੁੱਝ ਕੇ, ਔਰ ਖਾਸ ਤੌਰ ਤੇ ਅਗਲੇ ਦਿਨਾਂ ਜਦੋਂ ਆ ਰਹੀਆਂ ਇਲੈਕਸ਼ਨਾਂ ਉਹਨਾਂ ਦੇ ਮੱਦੇਨਜ਼ਰ ਇੱਕ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੀ ਸੰਜੇ ਕਪੂਰ ਜੀ। ਮੈਨੂੰ ਲੱਗਦਾ ਕਿ ਐਸੀ ਕੋਈ ਵੀ ਗੱਲ ਨਹੀਂ ਹੈਗੀ, ਜੇ ਈਡੀ ਕੋਲ ਕੋਈ ਇਨਪੁਟ ਹੁੰਦੀ ਹੈ ਨਾ, ਉਹਦੇ ਬੇਸਿਸ ਤੇ ਉਹ ਰੇਟਸ ਵਗੈਰਾ ਕਰਦੇ ਹੈਗੇ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਇਹਨਾਂ ਨੇ ਕਿਹਾ, ਲਾਰੈਂਸ ਟੀ ਨੇ, ਹਰ ਬੰਦੇ ਨੂੰ ਆਪਣਾ ਆਪਣਾ ਧਰਮ ਨੂੰ ਮੰਨਣ ਦਾ ਹੈਗਾ ਵਾ ਚਾਹੀਦਾ। ਮੈਂ ਬਿਲਕੁਲ ਐਗਰੀਡ ਆ ਇਹਨਾਂ ਦੀ ਗੱਲ ਦੇ ਨਾਲ, ਬਟ ਇਹਨਾਂ ਦੀ ਜਾਣਕਾਰੀ ਚ ਲਿਆਣਾ ਚਾਹਨਾ ਪਿਆ ਵਾ ਕਿ ਕਿਉਂ ਹਿੰਦੁਸਤਾਨ ਦੇ ਵਿੱਚ ਇੱਕ ਬੜੇ ਵੱਡੇ ਲੈਵਲ ਤੇ ਲੋਕ ਕਨਵਰਟ ਹੋ ਕੇ ਕ੍ਰਿਸਚਨ ਬਣਦੇ ਪਏ ਹੈ। ਇਹਦੇ ਪਿੱਛੇ ਕੀ ਹੈ? ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਨਾ ਹੈਗਾ। ਸਾਡੇ ਇੱਥੇ ਫਤਿਹਗੜ੍ਹ ਚੂੜੀਆ ਰੋਡ ਤੇ ਪਿੰਡ ਹੈਗਾ ਬੀਰਬਲਪੁਰਾ ਜੀ। 90% ਪਿੰਡ ਉੱਥੇ ਨਾ ਕ੍ਰਿਸਚਨ ਕਨਵਰਟ ਹੋ ਗਿਆ। ਕੀ ਕਾਰਨ ਹੈਗਾ ਵੈ ਕਿ ਲੋਕ 90% ਕ੍ਰਿਸਚਨ ਕਨਵਰਟ ਹੋ ਗਏ? ਇਹ ਆਪਣੇ ਆਪ ਚ ਨਾ ਇੱਕ ਬੜੇ ਵੱਡੇ ਕੁਐਸਚਨ ਮਾਰਕ ਔਰ ਸਵਾਲ ਖੜੇ ਕਰਦਾ ਹੈ, ਜਿਹਦਾ ਹੱਲ ਬਹੁਤ ਠੀਕ ਹੈ। ਜੇ ਅੱਜ ਦੇ ਨਾਲ ਕੋਈ ਬੰਦਾ ਰਿਲੀਜਨ ਚੇਂਜ ਕਰਨਾ ਚਾਹੁੰਦਾ ਹੈ, ਦੂਸਰੇ ਕਿਸੇ ਰਿਲੀਜਨ ਚ ਵਿਸ਼ਵਾਸ ਕਰਨਾ ਚਾਹੁੰਦਾ ਹੈ, ਉਹਦਾ ਆਪਣਾ ਇੱਕ ਨਜ਼ਰੀਆ ਹੋ ਸਕਦਾ ਹੈ। ਸਰਕਾਰ ਵੀ, ਲੋਕ ਵੀ ਉਹਦਾ सम्मान ਕਰਦੇ ਹੈ, ਸਰਕਾਰ ਵੀ सम्मान ਕਰਦਾ ਹੈ, ਔਰ ਸਾਡਾ ਕਨਸਟੀਟਿਊਸ਼ਨ ਵੀ ਉਹਦੀ ਇਜਾਜ਼ਤ ਦਿੰਦਾ ਹੈ। ਪਰ ਦੇਖਣ ਵਾਲੀ ਗੱਲ ਇਹ ਹੋ ਜਾਂਦੀ ਹੈ ਕਿ ਕਿਤੇ ਪੈਸਿਆਂ ਦਾ ਲਾਲਚ ਦੇ ਕੇ, ਨੌਕਰੀ ਦਾ ਲਾਲਚ ਦੇ ਕੇ, ਜਾਂ ਕਿਸੇ ਦੂਸਰੀ ਚੀਜ਼ਾਂ ਦਾ ਲਾਲਚ ਦੇ ਕੇ ਤੇ ਉਹਨਾਂ ਕੋਲੋਂ ਧਰਮ ਨੂੰ ਕਨਵਰਟ ਤੇ ਨਹੀਂ ਕਰਵਾਇਆ ਜਾ ਰਿਹਾ। ਅੱਜ ਮੈਂ ਕਈ ਲੋਕਾਂ ਨੂੰ ਐਸੇ ਜਾਣਦਾ ਹੈਗਾ ਵਾਂ ਜਿਨ੍ਹਾਂ ਨੇ ਆਪਣੇ ਮੂੰਹ ਇਹ ਗੱਲ ਮੰਨੀ ਹੋਈ ਹੈ ਕਿ ਸਾਨੂੰ ਉਹਨਾਂ ਨੇ ਥੋੜੇ ਪੈਸੇ ਦੇ ਦਿੱਤੇ, ਸਾਨੂੰ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਕਿ ਤੁਹਾਨੂੰ ਚੰਗੇ ਕੱਪੜੇ ਦੇਵਾਂਗੇ, ਤੁਹਾਨੂੰ ਨੌਕਰੀ ਲਗਵਾ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਆਪਾਂ ਆਪਣੇ ਜਿਹੜੇ ਸਕੂਲ ਚੱਲਦੇ ਗਏ ਉੱਥੇ ਐਡਮਿਟ ਕਰ ਦੇਵਾਂਗੇ, ਉੱਥੇ ਉਹਨਾਂ ਦੀ ਫੀਸ ਮਾਫ ਹੋ ਜਾਏਗੀ। ਇਸ ਕਾਰਨ ਆਪਾਂ ਧਰਮ ਨੂੰ ਕਨਵਰਟ ਕਰ ਲਿੱਤਾ ਆਪਣੇ ਜੀ। ਸੋ ਇਸ ਵਿਸ਼ੇ ਨੂੰ ਦੇਖਣਾ ਵੀ ਬਹੁਤ ਜ਼ਰੂਰੀ ਹੈਗਾ ਵੈ ਕਿ ਕਿਸੇ ਚੀਜ਼ ਦਾ ਲਾਲਚ ਦੇ ਕੇ ਕਨਵਰਸ਼ਨ ਤੇ ਨਹੀਂ ਕੀਤੀ ਜਾ ਰਹੀ। ਔਰ ਸੰਜੇ ਕਪੂਰ, ਇੱਕ ਸਵਾਲ ਮੈਂ ਲੈਣਾ ਚਾਹਾਂਗਾ, ਬਿਲਕੁਲ ਜਿਹੜਾ ਹੈਗਾ, ਜਿੱਦਾਂ ਆਪਾਂ ਗੱਲ ਕਰਦੇ ਹਾਂ, ਚਲੋ ਸਰਕਾਰਾਂ ਨਾਲ ਇਹਨਾਂ ਗੱਲਾਂ ਦਾ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ, ਉਹ ਗਰੀਬਾਂ ਲਈ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਉਂਦੀਆਂ। ਕੀ ਜੇ ਕਿਸੇ ਧਰਮ ਵੱਲੋਂ ਆਪਣੇ ਤੌਰ ਤੇ ਗਰੀਬਾਂ ਲਈ, ਜੇ ਕੋਈ ਪਰਿਵਾਰਾਂ ਲਈ ਕੋਈ ਮਦਦ ਕੀਤੀ ਜਾਂਦੀ ਹੈ, ਤਾਂ ਧਰਮ ਪਰਿਵਰਤਨ ਦੇ ਖੇਤਰ ਵਿੱਚ ਆਉਂਦੀ ਹੈ ਗੱਲ? ਜੇ ਕੋਈ ਧਰਮ ਕਿਸੇ ਹੋਰ ਗਰੀਬ ਗੁਰਬੇ ਦੀ ਮਦਦ ਕਰਦਾ ਹੈ, ਸਰਕਾਰਾਂ ਵੀ ਮਦਦ ਕਰਦੀਆਂ, ਫਿਰ ਸਰਕਾਰਾਂ ਨੂੰ ਤਾਂ ਨਹੀਂ ਕਿਹਾ ਜਾਂਦਾ ਇੱਦਾਂ? ਦੇਖੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਜਗਤਾਰ ਜੀ, ਕਿ ਜੇ ਕੋਈ ਧਰਮ ਬਿਨਾਂ ਕਿਸੇ ਭੇਦਭਾਵ ਕੀਤੇ ਹੋਏ ਕਿਸੇ ਵੀ ਧਰਮ ਦੇ ਬੰਦੇ ਦੀ ਮਦਦ ਕਰਦਾ ਹੈ, ਉਹ ਗੱਲ ਇਹਦੇ ਚ ਕਵਰ ਨਹੀਂ ਹੁੰਦੀ। ਪਰ ਜੇ ਉਹਨੂੰ ਮਦਦ ਇਸ ਕੰਡੀਸ਼ਨ ਤੇ ਕੀਤੀ ਜਾਂਦੀ ਹੈ ਕਿ ਤੂੰ ਆਪਣਾ ਧਰਮ ਨੂੰ ਕਨਵਰਟ ਕਰ ਲੈ, ਇਹ ਚੀਜ਼ ਆਬਜੈਕਸ਼ਨੇਬਲ ਹੈਗੀ ਹੈ। ਸੋ ਸਵਾਲ ਅੱਜ ਵੀ ਜਿਹੜੀ ਈਡੇਟ ਹੋਈ ਹੈ, ਉਹਨਾਂ ਕੋਲ ਡੈਫੀਨੇਟਲੀ ਇਨਪੁਟ ਹੋਣੀ ਹੈ ਕਿ ਬਾਹਰੋਂ ਫੋਰਨ ਫੰਡਿੰਗ ਹੋਈ ਹੈ। ਉਹ ਫੋਰਨ ਫੰਡਿੰਗ ਦਾ ਇਸਤੇਮਾਲ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਲਈ ਕੀਤਾ ਜਾ ਰਿਹਾ ਹੈ। ਥੋੜੇ ਦਿਨਾਂ ਦੇ ਵਿੱਚ ਈਡੀ ਦੇ ਰੇਟ ਦੀ ਸਾਰੀ ਗੱਲਾਂ ਸਾਹਮਣੇ ਆ ਜਾਣਗੀ, ਪਤਾ ਲੱਗ ਜਾਏਗਾ ਕੀ ਸੱਚਾਈ ਕੀ ਹੈ। ਸੰਜੇ ਕਪੂਰ, ਇੱਕ ਸਵਾਲ ਹੋਰ। ਸੰਜੇ ਕਪੂਰ ਜੀ, ਤੁਹਾਡਾ ਅਹਿਮ ਜਿਹੜੀ ਹੈਗੀ ਆ, ਤੁਹਾਡੇ ਕਮੈਂਟਸ ਹੈਗੇ ਆ, ਮੈਂ ਇੱਕ ਕਮੈਂਟ ਤੁਹਾਡਾ ਜ਼ਰੂਰ ਹੋਰ ਲੈਣਾ ਚਾਹਾਂਗਾ। ਕਿਧਰੇ ਇਹ ਵੀ ਲੱਗਦਾ ਹੈ ਜਿਹੜੀ ਇਹ ਛਾਪੇਮਾਰੀ ਹੋਈ ਹੈ ਉਹਦੇ 'ਚ ਜਿਹੜੀ ਫੋਰਨ ਫੰਡਿੰਗ ਦੀ ਗੱਲ ਤਾਂ ਤੁਸੀਂ ਕਰਦੇ ਹੋ, ਕਿਧਰੇ ਇਹ ਵੀ ਹੈ ਕਿ ਜਿਹੜੇ ਇੱਧਰ ਸੋਰਸ ਜਾਂ ਕੋਈ 2 ਨੰਬਰ ਦਾ ਸਰਮਾਇਆ ਕਿਸੇ ਕੋਲੇ, ਉਹ ਇਸ ਢੰਗ ਨਾਲ ਇੱਧਰ ਉੱਧਰ ਇਸਤੇਮਾਲ ਕਰਦੇ ਹੈ, ਉਹ ਵਜ੍ਹਾ ਵੀ ਹੋ ਸਕਦੀ ਹੈ ਛਾਪੇਮਾਰੀ ਦੀ? ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ। ਦੇਖੋ, ਇਹ ਤੇ ਈਡੀ ਜਦੋਂ ਆਪਣੀ ਰਿਪੋਰਟ ਸਬਮਿਟ ਕਰੇਗੀ ਨਾ, ਇਹ ਗੱਲਾਂ ਉਦੋਂ ਪਤਾ ਲੱਗਣਗੀਆਂ ਕਿ ਐਗਜ਼ੈਕਟ ਪੋਜੀਸ਼ਨ ਕੀ ਹੈਗੀ ਹੈ। ਹਾਲੇ ਤੱਕ ਤੇ ਜੋ ਜਾਣਕਾਰੀ ਦੇ ਵਿੱਚ ਮੇਰੇ ਇਹੀਓ ਗੱਲ ਆਈ ਹੈ ਕਿ ਰੇਟਸ ਕਿਸ ਕਾਰਨ ਕੀਤੀਆਂ ਗਈਆਂ ਕਿ ਈਡੀ ਨੂੰ ਡਾਊਟ ਹੈਗਾ ਵੈ ਕਿ ਕੁਝ ਫੋਰਨ ਫੰਡਿੰਗ ਹੋਈਆਂ ਵੈ। ਉਹ ਫੋਰਨ ਫੰਡਿੰਗ ਦਾ ਇਸਤੇਮਾਲ ਜਿਹੜਾ ਹੈਗਾ ਧਰਮ ਪਰਿਵਰਤਨ ਲਈ ਉਹਨਾਂ ਦੇ ਪਾਦਰੀਆਂ ਨੇ ਕੀਤਾ ਹੈਗਾ ਵਾ ਜੀ। तो कल ਨੂੰ ਜਿਹੜਾ ਦੂਸਰਾ ਕਾਰਨ ਹੈ, ਜੇ ਕੋਈ ਐਸਾ ਕਾਰਨ ਵੀ ਹੋਇਆ ਤੇ ਉਹ ਆਉਣ ਵਾਲੇ ਟਾਈਮ 'ਚ ਸਾਹਮਣੇ ਆ ਜਾਏਗਾ। ਥੈਂਕ ਯੂ ਸੰਜੇ ਕਪੂਰ, ਤੁਸੀਂ ਬਣੇ ਰਹੋ, ਤੁਹਾਡੇ ਨਾਲ ਮੈਂ ਫੇਰ ਆਣਾ ਇਸੇ ਮੁੱਦੇ ਦੇ ਉੱਤੇ। ਨਰਿੰਦਰ ਸੰਧੂ, ਜੋ ਗੱਲ ਜਿਹੜਾ ਹੈਗਾ ਚੌਧਰੀ ਹੋਣਾ ਵੱਲੋਂ ਕਹੀ ਗਈ ਹੈ, ਸੰਜੇ ਕਪੂਰ ਹੋਣਾ ਵੱਲੋਂ ਕਹੀ ਗਈ ਹੈ, ਤੁਸੀਂ ਵੀ ਇਸ ਮਾਮਲੇ, ਕਿਉਂਕਿ ਪੰਜਾਬ 'ਚ ਛਾਪੇਮਾਰੀ ਦੀ ਗੱਲ ਹੈ, ਵਿਰੋਧੀ ਧਿਰ ਦੀ ਨੁਮਾਇੰਦਗੀ ਕਰਦੇ ਹੋ, ਕਿਵੇਂ ਦੇਖਦੇ ਹੋ ਨਰਿੰਦਰ ਸੰਧੂ ਜੋ ਕੁਝ ਹੋ ਰਿਹਾ, ਜੋ ਛਾਪੇਮਾਰੀ ਹੋ ਰਹੀ ਹੈ, ਜੋ ਉਹਦੇ ਤੇ ਰਿਜ਼ਲਟ ਜਾਂ ਕਮੈਂਟ ਸਾਹਮਣੇ ਆ ਰਹੇ ਹੈ?
ਪਹਿਲੂ ਨੇ ਇਹਦੇ। ਪਹਿਲਾ ਪਹਿਲੂ ਤੇ ਇਹ ਹੈ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ, ਕਹਿੰਦੀ ਸੀ ਅਸੀਂ ਕਰਪਸ਼ਨ ਬਿਲਕੁਲ ਫ੍ਰੀ ਕਰਤੀ। ਇਹਨਾਂ ਦਾ ਇੱਕ ਮੰਤਰੀ ਕਹਿੰਦਾ ਅਸੀਂ ਕੋਈ ਵੀ ਕਰਪਸ਼ਨ ਨਹੀਂ ਇੱਥੇ ਰਹਿ ਗਈ, ਬਿਲਕੁਲ ਉਹਨੂੰ ਸੁੱਖ ਸ਼ਾਂਤੀ ਹੈ। ਤੇ ਫਿਰ ਭਾਈ ਇਹ ਈਡੀ ਜਿਹੜੇ ਪੰਜਾਬ ਦੇ ਵਿੱਚ ਕੀ ਕਰਨ ਆਈ, ਰੇਡ ਕੀ ਕਰਨ ਆਈ? ਇਹ ਪੈਸਿਆਂ ਦਾ ਲੈਣ ਦੇਣ ਦਾ ਜ਼ਿਆਦਾ ਮਾਮਲਾ ਕਰਪਸ਼ਨ ਹੀ ਹੈ ਨਾ? ਕਿਉਂ ਤੁਹਾਨੂੰ ਨਹੀਂ ਪਤਾ ਲੱਗ ਸਕਿਆ ਵੀ ਇੱਥੇ ਇੰਨਾ ਜ਼ਬਰਦਸਤ ਪੈਸਿਆਂ ਦਾ ਫੰਡਿੰਗ ਹੋ ਰਹੀਆਂ, ਲੈਣ ਦੇਣ ਹੋ ਰਿਹਾ? ਇਨਫੋਰਸਮੈਂਟ ਡਾਇਰੈਕਟਰ ਨੂੰ ਪਤਾ ਲੱਗ ਗਿਆ, ਬਾਹਰੋਂ ਆ ਕੇ ਉਹ ਇੱਥੇ ਚੈੱਕ ਕਰ ਰਹੇ ਨੇ ਕਿ ਤੁਹਾਡੀ ਪੰਜਾਬ ਸਰਕਾਰ ਸੁੱਤੀ ਪਈ। ਪਹਿਲੀ ਨੰਬਰ 1 ਗੱਲ ਇਹ ਫੇਲ ਹੈ ਬਿਲਕੁਲ ਸਰਕਾਰ। ਨੰਬਰ 2, ਜਿੱਥੋਂ ਤੱਕ ਦੇਖੋ ਇਹ ਜਿਹੜੀ ਚਰਚਾ ਤੇ ਜਾਂ ਪਾਦਰੀਆਂ ਤੇ ਜਿਹੜੇ ਰੇਡਸ ਹੋ ਰਹੀਆਂ ਨੇ, ਦੇਖੋ ਸਰਕਾਰ ਦਾ ਕੰਮ ਹੁੰਦਾ ਹਰ ਚੀਜ਼ ਨੂੰ ਪਾਰਦਰਸ਼ਤਾ ਨਾਲ ਵੇਖਣਾ, ਖਾਸ ਤੌਰ ਤੇ ਜਦੋਂ ਫੰਡਿੰਗ ਹੁੰਦੀ ਹੈ ਬਾਹਰੋਂ ਕਿਸੇ ਕੰਮ ਵਾਸਤੇ ਔਰ ਧਰਮ ਪਰਿਵਰਤਨ ਵਾਸਤੇ। ਜੇ ਫੰਡਿੰਗ ਹੋ ਰਹੀ ਹੈ, ਮੈਂ ਫਿਰ ਕਹਿ ਰਿਹਾ ਜੇ ਹੋ ਰਹੀ, ਇਹ ਬਹੁਤ ਗਲਤ ਗੱਲ ਆ। ਦੇਖੋ ਹਰ ਇੱਕ ਧਰਮ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ। ਪਰ ਜਿਹੜੇ ਅਖੌਤੀ ਬਣ ਬੈਠੇ ਨੇ ਧਰਮ ਦੇ ਠੇਕੇਦਾਰ, 10ਵੀਂ ਪਾਸ ਨਹੀਂ ਗਏ, ਉਹ ਘੱਟ ਪੜ੍ਹੇ ਲਿਖੇ ਨੇ ਤੇ ਭੋਲੇ ਭਾਲੇ ਜਨਤਾਵਾਂ ਨੂੰ, ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਮੈਂ ਫੇਰ ਗੱਲ ਕਰ ਰਿਹਾ, ਪਾਸਟਰਾਂ ਦੀ ਨਹੀਂ, ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਇਹ ਸਮਾਜ ਦੇ ਨਾਂ ਤੇ ਕਲੰਕ ਨੇ। ਧਰਮ ਦੇਖੋ, ਕ੍ਰਿਸਚਨ ਧਰਮ ਬਹੁਤ ਵਧੀਆ ਧਰਮ ਹੈ। ਸਾਡੇ ਸਿੱਖ, ਸਾਡੇ ਜਿੰਨੇ ਸਾਡੇ ਇੰਸਟੀਚਿਊਟ ਨੇ ਵਧੀਆ ਵਧੀਆ, ਉਹ ਸਾਰੇ ਕ੍ਰਿਸਚਨ ਚਲਾਉਂਦੇ ਨੇ। ਸਾਰੇ ਧਰਮਾਂ ਦਾ ਅਸੀਂ ਸਨਮਾਨ ਕਰਦੇ ਹਾਂ, ਬਹੁਤ ਅੱਛੇ ਨੇ। ਪਰ ਆ ਜਿਹੜੇ ਨਵੇਂ ਬਿਲਕੁਲ ਥੋੜੇ ਪਿਛਲੇ 5-7 ਸਾਲ ਦੇ ਵਿੱਚ ਜਿਹੜੇ ਬੰਦੇ ਆ ਗਏ ਨੇ, ਆ ਕੇ ਇਹਨਾਂ ਨੇ ਜਿਹੜੇ ਭੋਲੇ ਭਾਲੇ ਬਿਲਕੁਲ ਸਾਡੇ ਪੇਂਡੂ ਖੇਤਰ ਦੇ ਬੰਦੇ ਨੇ, ਉਹਨਾਂ ਨੂੰ ਵਰਗਲਾ ਕੇ ਤੇ ਆਪਣੇ ਧਰਮ ਦੇ ਵਿੱਚ ਲਿਆਣਾ ਸ਼ੁਰੂ ਕਰਤਾ। ਇਹ ਗਲਤ ਹੈ। ਧਰਮ ਆਪਣੀ ਮਰਜ਼ੀ ਨਾਲ ਤੁਸੀਂ ਜਾਓ, ਉਹ ਬਹੁਤ ਅੱਛੀ ਗੱਲ ਹੈ, ਕੋਈ ਗੱਲ ਨਹੀਂ। ਲੋਕੀ ਚਰਚ ਜਾਂਦੇ ਨੇ, ਮੰਦਿਰ ਜਾਂਦੇ ਨੇ, ਮਸਜਿਦ ਜਾਂਦੇ ਨੇ, ਗੁਰਦੁਆਰੇ ਜਾਂਦੇ ਨੇ, ਉਹਨਾਂ ਦਾ ਰਾਈਟ ਹੈ ਜਾਣਾ। ਪਰ ਤੁਸੀਂ ਜਦੋਂ ਵਰਗਲਾ ਕੇ, ਖਾਸ ਤੌਰ ਤੇ ਸਾਡੇ ਬਾਰਡਰ ਏਰੀਆ ਦੇ ਵਿੱਚ ਇਹ ਜਾ ਰਹੇ ਨੇ, ਇਹ ਕੋਈ ਚੰਗੀ ਗੱਲ ਨਹੀਂ। ਅੱਜ ਵੇਖੋ ਕਈ ਮੈਂ ਨਾਂ ਲੈ ਸਕਦਾ ਜਿਹੜੇ ਨਵੇਂ ਉੱਠ ਕੇ ਤੇ ਇਸ ਕੰਮ ਦੇ ਵਿੱਚ ਪੈ ਗਏ ਨੇ। ਤੁਸੀਂ ਪਿਛਲੇ ਦਿਨਾਂ 'ਚ ਹੀ ਵੇਖਿਆ, ਕਈ ਬੰਦਿਆਂ ਨੇ ਬਾਹਰ ਜਾ ਕੇ ਆਪੋ ਆਪਣੇ ਆਈਲੈਂਡ ਹੀ ਬਣਾ ਲਏ। ਨਾਟ ਕ੍ਰਿਸਚਨ ਨੇ, ਕਈ ਨੇ, ਹੋਰ ਕਈ ਧਰਮਾਂ ਦੇ ਨੇ। ਮਤਲਬ ਉਹ ਬੇਸਿਕਲੀ ਪੰਜਾਬ ਦੇ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਸਾਡੇ ਮਿਹਨਤਕਸ਼ ਲੋਕ ਨੇ ਤੇ ਵਿਚਾਰੇ ਲੋਕ ਭੋਲੇ ਭਾਲੇ ਲੋਕਾਂ ਦੀ ਗੱਲਾਂ ਦੇ ਵਿੱਚ ਆ ਕੇ ਤੇ ਆਪਣਾ ਧਰਮ ਪਰਿਵਰਤਨ ਕਰਕੇ ਤੇ ਇਹ ਦੂਜੇ ਬੰਨੇ ਤੁਰ ਪੈਂਦੇ ਨੇ। ਇਹ ਗਲਤ ਗੱਲ ਹੈ, ਇਹ ਤਾਂ ਨੱਥ ਬਣ। ਥੈਂਕ ਯੂ ਸੁਨ ਸਾਹਿਬ। ਫਿਰ ਆਵਾਂਗੇ ਆਪਾਂ ਇਸੇ ਮੁੱਦੇ ਤੇ। ਸਾਡੇ ਨਾਲ ਪੀਰ ਮੁਹੰਮਦ ਜੀ ਬਣੇ ਹੋਏ ਆ ਅਕਾਲੀ ਦਲ ਵੱਲੋਂ। ਪੀਰ ਮੁਹੰਮਦ ਜੀ, ਕਿਵੇਂ ਦੇਖਦੇ ਹੋ ਇਸ ਮਾਮਲੇ ਤੇ? ਕਿਉਂਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਾਫੀ ਦਿਨਾਂ ਤੋਂ ਇਸ ਮੁੱਦੇ ਤੇ ਸਵਾਲ ਉਠਾ ਰਹੀ ਹੈ, ਪਰ ਕ੍ਰਿਸਚਨ ਭਾਈਚਾਰੇ ਦਾ ਕਹਿਣਾ ਹੈ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਰਿਹਾ ਜਾਣ ਬੁੱਝ ਕੇ। ਲੱਗਦਾ ਹੈ ਪੀਰ ਮੁਹੰਮਦ ਜੀ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਅਮਰਿੰਦਰ ਜੀ, ਇਸੇ ਮਾਮਲੇ ਤੇ ਆਪਾਂ ਪੀਰ ਮੁਹੰਮਦ ਜੀ ਤੋਂ ਫਿਰ ਸਵਾਲ ਲੈਂਦੇ ਹਾਂ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਤੁਸੀਂ ਕਿਵੇਂ ਦੇਖਦੇ ਹੋ? ਧਾਰਮਿਕ ਜੋ ਗੱਲ ਕਰਦੇ ਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹੋ, ਧਾਰਮਿਕ ਅਦਾਰਿਆਂ ਨਾਲ ਅੱਜ ਵੀ ਤੁਸੀਂ ਜੁੜੇ ਪਏ ਹੋ। ਕ੍ਰਿਸਚਨ ਭਾਈਚਾਰੇ ਦਾ ਕਹਿਣਾ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਹਾਕਮ ਦਰ ਦਾ ਕਹਿਣਾ ਕਿ ਜਿਸ ਤਰ੍ਹਾਂ ਦੀ ਫੋਰਨ ਫੰਡਿੰਗ ਹੈ, ਜਿੱਦਾਂ ਦੇ ਸੋਰਸੇਜ ਹੈ, ਉਹ ਤੱਥ ਸਾਹਮਣੇ ਆਉਣੇ ਜ਼ਰੂਰੀ ਹੈ ਕਿ ਕਿਉਂ ਇਹ ਵਾਪਰਿਆ ਸਾਰਾ ਕੁਝ। ਦੇਖੋ ਸਿੱਧੂ ਸਾਹਿਬ, ਹੁਣ ਤੱਕ ਮਤਲਬ ਆਪਾਂ 3 ਬੁਲਾਰਿਆਂ ਦੇ ਵਿਚਾਰ ਸੁਣੇ ਹੈ, ਤੇ ਮੈਂ ਆਪਣਾ ਇਹ ਜਿਹੜੇ ਕ੍ਰਿਸਚਨ ਭਾਈਚਾਰੇ ਦੇ ਭਾਈ ਸਾਹਿਬ ਬੈਠੇ ਆ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਇਹਨਾਂ ਨੇ ਪੂਰੀ ਕ੍ਰਿਸਚੈਨਿਟੀ ਦਾ ਜਿਹੜਾ ਝੰਡਾ ਚੁੱਕਿਆ ਹੋਇਆ ਹੈਗਾ, ਇਹਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ, ਜੇ ਮੈਂ ਗਲਤ ਨਹੀਂ ਹਾਂ ਤਾਂ 6 ਜਾਂ 7 ਕਿਸਮ ਦੇ ਕ੍ਰਿਸਚਨਸ ਜਿਹੜੇ ਵੱਡੇ ਅਦਾਰੇ ਹੈਗੇ ਆ, ਜਿਨ੍ਹਾਂ ਦੇ ਬਿਸ਼ਪ ਹੈਗੇ ਆ, ਪੂਰਾ ਉਹਨਾਂ ਦਾ ਸਿਸਟਮ ਹੈ, ਉਹਨਾਂ ਦੇ ਫਾਦਰਸ ਹੈ, ਸਭ ਕੁਝ ਹੈਗਾ। ਉਹ ਬੰਦੇ ਜਿਹੜੇ ਆ ਇਹਨਾਂ ਦੇ ਨਾਲ ਕਿਉਂ ਨਹੀਂ ਖੜੇ ਹੁੰਦੇ? ਇਹ ਮਤਲਬ ਕਲੇਮ ਤਾਂ ਇਹ ਕਰਦੇ ਆ ਕਿ ਵੀ ਕ੍ਰਿਸਚਨ ਜਿਹੜੇ ਹੈਗੇ ਆ ਬਹੁਤ ਵੱਡਾ ਕੰਮ ਕਰ ਰਹੇ ਆ, ਹਸਪੀਟਲ ਚਲਾ ਰਹੇ ਆ, ਸਕੂਲ ਚਲਾ ਰਹੇ ਆ, ਕਾਲਜ ਚਲਾ ਰਹੇ ਆ। ਮੈਂ ਇਹਨਾਂ ਨੂੰ ਇਹ ਪੁੱਛਦਾ ਵੀ ਜਿਨ੍ਹਾਂ ਦੇ ਉੱਪਰ ਰੇਡ ਪਈ ਹੈ ਜਾਂ ਜਿਨ੍ਹਾਂ ਤੇ ਰੇਡ ਪੈ ਰਹੀ ਹੈ, ਉਹਨਾਂ ਨੇ ਕੋਈ ਸਕੂਲ ਚਲਾਇਆ ਹੋਇਆ, ਉਹਨਾਂ ਨੇ ਕੋਈ ਕਾਲਜ ਖੋਲ੍ਹਿਆ ਹੋਇਆ? ਤੇ ਜੇ ਇਹ ਪੋਜੀਸ਼ਨ ਹੈਗੀ ਹੈ, ਤੇ ਜੇ ਪਿਛਲੇ ਦਿਨਾਂ ਆਪਾਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਸਾਰੇ ਕ੍ਰਿਸਚਨਸ ਦੇ ਜਿਹੜੇ ਪੰਜਾਬ ਦੇ ਹੈਡਸ ਹੈਗੇ ਆ, ਉਹ ਗਏ ਤੇ ਜਥੇਦਾਰ ਸਾਹਿਬ ਨੂੰ ਉਹ ਆਸ਼ਵਾਸਨ ਦੇ ਕੇ ਆਇਆ ਕਿ ਸਾਡਾ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਹੈ। ਤੇ ਮੈਂ ਸਮਝਦਾ ਕ੍ਰਿਸਚੈਨਿਟੀ ਦਾ ਸਿੱਖਾਂ ਦੇ ਨਾਲ ਕੋਈ ਟਕਰਾਅ ਹੈ ਵੀ ਨਹੀਂ ਹੈ। ਜੇ ਟਕਰਾਅ ਹੁੰਦਾ ਤੇ ਜਦੋਂ ਕ੍ਰਿਸਚਨ ਰੂਲ ਕਰ ਰਿਹਾ ਸੀ ਇੰਡੀਆ ਤੇ, ਉਦੋਂ ਜਦੋਂ ਟਕਰਾਅ ਨਹੀਂ ਹੋਇਆ, ਉਦੋਂ ਕੋਈ ਥ੍ਰੈਟ ਨਹੀਂ ਬਣੇ ਪੰਜਾਬ ਦੇ ਕ੍ਰਿਸਚਨ। ਤੇ ਅੱਜ ਪੰਜਾਬ ਦੇ ਕ੍ਰਿਸਚਨ ਪੰਜਾਬ ਲਈ ਕੋਈ ਥ੍ਰੈਟ ਨਹੀਂ ਹੈ। ਇਸ ਕਰਕੇ ਕਨਵਰਸ਼ਨ ਦਾ ਜਿਹੜਾ ਮਸਲਾ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ, ਉਹ ਮਾਈਨੋਰਟੀਜ਼ ਦਾ ਵੀ ਡਿਫਰੈਂਟ ਹੈ। ਇਹ ਜਿਹੜਾ ਮਸਲਾ ਹੈਗਾ, ਇਹ ਮੈਂ ਸਮਝਦਾ ਪਿਓਰਲੀ ਇਲਿਸਿਟ ਮਨੀ, ਜਿਹੜੀ 2 ਨੰਬਰ ਦਾ ਜਿਹੜਾ ਪੈਸਾ ਹੈਗਾ, ਉਸ ਨੂੰ ਮਨੀ ਲਾਂਡਰਿੰਗ ਦਾ ਜਿਹੜਾ ਕੰਮ ਹੈ, ਇਹ ਖਾਲੀ ਕ੍ਰਿਸਚਨਾਂ ਦੇ ਬਾਬੇ ਨਹੀਂ ਹੈ, ਇਹ ਸਿੱਖਾਂ ਦੇ ਬਾਬੇ ਵੀ ਇਹ ਕੰਮ ਕਰ ਰਹੇ ਹੈ, ਹਿੰਦੂਆਂ ਦੇ ਬਾਬੇ ਵੀ ਇਹ ਕੰਮ ਕਰ ਰਹੇ ਹੈ, ਹੋਰ ਮਤਲਬ ਸਨਾਤਨ ਧਰਮ ਦੇ ਬੈਨਰ ਥੱਲੇ
ਵੀ ਬਹੁਤ ਸਾਰੇ ਬਾਬੇ ਜਿਹੜੇ ਆ ਉਹ ਇਹ ਗਲਤ ਪੈਸੇ ਦਾ ਲੈਣ ਦੇਣ ਔਰ ਜਿਹੜਾ ਸਮਾਜ ਦੇ ਵਿੱਚੋਂ ਅਫਸਰਾਂ ਵੱਲੋਂ ਪੈਸਾ ਉਗਰਾਇਆ ਜਾਂਦਾ ਹੈਗਾ, ਕਰਪਸ਼ਨ ਕੀਤੀ ਜਾਂਦੀ ਹੈ, ਉਹ ਪੈਸੇ ਨੂੰ ਆਖਰ ਕਿਤੇ ਨਾ ਕਿਤੇ ਉਹਨਾਂ ਨੇ ਚੈਨਲਾਈਜ਼ ਕਰਨਾ। ਸੋ ਉਹਨਾਂ ਨੇ ਧਰਮ ਦੇ ਬੈਨਰ ਲਾ ਕੇ ਇੱਕ ਬਾਬੇ ਖੜੇ ਕੀਤੇ ਹੋਏ ਆ, ਉਹ ਬਾਬੇ ਜਿਹੜੇ ਆ ਇਹ ਸਾਰੇ ਪੈਸੇ ਨੂੰ ਚੈਨਲਾਈਜ਼ ਕਰਦੇ ਆ ਤੇ ਇਹ ਸਾਰਾ ਉਹ ਧੰਦਾ ਹੈਗਾ। ਤੇ ਮੈਂ ਇਹ ਸਮਝਦਾ ਕਿ ਬਹੁਤ ਲੇਟ ਕੀਤਾ ਗਵਰਨਮੈਂਟ ਨੇ ਐਕਟ, ਪੰਜਾਬ ਗਵਰਨਮੈਂਟ ਨਹੀਂ ਐਕਟ ਕਰ ਪਾਈ ਤੇ ਹੁਣ ਸੈਂਟਰ ਗਵਰਨਮੈਂਟ ਨੇ ਉਹਨੂੰ ਐਕਟ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਰਦਾ ਚੱਕਿਆ ਜਾਏਗਾ। ਤੇ ਮੇਰੀ ਬੇਨਤੀ ਇਹ ਆ ਵੀ ਖਾਲੀ ਕ੍ਰਿਸਚਨਾਂ ਦੇ ਬਾਬਿਆਂ ਨੂੰ ਨਹੀਂ, ਇਹ ਜਿਨ੍ਹਾਂ ਨੇ ਕ੍ਰਿਸਚਨਾਂ ਦਾ ਬੈਨਰ ਲਾਇਆ ਉਹਨਾਂ ਤੇ ਤਾਂ ਤੁਸੀਂ ਕਾਰਵਾਈ ਕਰਤੀ ਹੈ, ਜਿਹੜੇ ਬੰਦਿਆਂ ਨੇ ਹੋਰ ਬੈਨਰ ਲਾਏ ਹੋਏ ਆ, ਹੋਰ ਬਾਬੇ ਜਿਹੜੇ ਬੈਠੇ ਆ ਹੋਰ ਧਰਮਾਂ ਦੇ, ਉਹਨਾਂ ਨੂੰ ਤੁਸੀਂ ਕਿਉਂ ਛੱਡ ਰਹੇ ਹੋ? ਉਹਨਾਂ ਨੂੰ ਲੰਬੀ ਰੱਸੀ ਕਿਉਂ ਦਿੱਤੀ ਹੋਈ ਹੈ? ਜੇਕਰ ਆਪਾਂ ਗੱਲ ਕਰੀਏ ਤਾਂ ਰਾਮ ਰਹੀਮ ਦੀ ਉਹ ਗੱਲ ਕਰ ਲਓ, ਰਾਮ ਰਹੀਮ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ? ਉਹਦੇ ਉੱਪਰ ਤਾਂ ਤੁਸੀਂ ਉਹਨੂੰ ਬੁੱਕਲ 'ਚ ਲਿਆ ਹੋਇਆ। ਸੋ ਇਹ ਜਿਹੜਾ ਪਿਕ ਐਂਡ ਚੂਜ਼ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਵੀ ਮਤਲਬ ਠੀਕ ਨਹੀਂ ਹੈ। ਇਹ ਸਾਰਿਆਂ ਦੇ ਉੱਪਰ ਜਿਹੜੇ ਇਸ ਧੰਦੇ 'ਚ ਲੱਗੇ ਹੋਏ ਆ ਬੰਦੇ, ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਮੇਨ ਸਟ੍ਰੀਮ ਕ੍ਰਿਸਚੈਨਿਟੀ ਨਹੀਂ ਹੈ, ਇਹ ਜਾਦੂ ਟੂਣੇ ਵਾਲੇ ਬੰਦੇ ਆ। ਇਹ ਕਹਿੰਦੇ ਆ ਜਾਦੂ ਕਰ ਦਾਂਗੇ ਅਸੀਂ, ਤੁਹਾਡਾ ਵੀਜ਼ਾ ਲਵਾ ਦਾਂਗੇ, ਜਾਦੂ ਕਰ ਦਾਂਗੇ ਅਸੀਂ, ਤੁਹਾਡੀ ਬਿਮਾਰੀ ਠੀਕ ਕਰ ਦਾਂਗੇ, ਤੁਹਾਡਾ ਕੈਂਸਰ ਠੀਕ ਕਰ ਦਾਂਗੇ, ਤੁਹਾਨੂੰ ਏਡਸ ਤੋਂ ਮੁਕਤੀ ਦਵਾ ਦਾਂਗੇ, ਕਿਡਨੀਆਂ ਠੀਕ ਕਰ ਦਾਂਗੇ। ਸੋ ਇੱਕ ਪਾਸੇ ਕਹਿ ਰਹੇ ਅਸੀਂ ਹਸਪਤਾਲ ਖੋਲ ਰਹੇ ਹਾਂ, ਇੱਕ ਪਾਸੇ ਕਹਿ ਰਹੇ ਅਸੀਂ ਜਾਦੂ ਨਾਲ ਠੀਕ ਕਰ ਰਹੇ ਹਾਂ। ਸੋ ਇਹ ਕੰਟਰੋਡਿਕਸ਼ਨ ਇਹਨਾਂ ਦੀ ਆਪਣੀ ਵੀ ਹੈਗੀ ਹੈ। ਇਹ ਇੱਕ ਸਿਰਫ ਇਹ ਧੰਦਾ ਚੱਲ ਰਿਹਾ ਹੈ ਭੋਲੇ ਭਾਲੇ ਲੋਕਾਂ ਕੋਲੋਂ ਪੈਸਾ ਉਗਰਾਉਣ ਦਾ, ਤੇ ਇਸ ਨੂੰ ਜਲਦੀ ਤੋਂ ਜਲਦੀ ਨੱਥ ਪਾਉਣੀ ਚਾਹੀਦੀ ਹੈ, ਮੇਰਾ ਇਹ ਮੰਨਣਾ ਹੈ। ਸੰਜੇ ਕਪੂਰ, ਮੈਂ ਤੁਹਾਡੇ ਵੱਲ ਹੀ ਸਵਾਲ ਲੈ ਕੇ ਆਉਣਾ ਹੈ। ਜੋ ਗੱਲ ਕੀਤੀ ਜਾ ਰਹੀ ਹੈ, ਅਮਰਿੰਦਰ ਜੀ ਨੇ ਕਿਹਾ ਵੀ ਸਿੱਧੇ ਤੌਰ ਤੇ ਧਰਮ ਪਰਿਵਰਤਨ ਦਾ ਮਾਮਲਾ ਨਹੀਂ ਹੈ, ਇਹ ਤਾਂ ਬਾਬਿਆਂ ਦੇ ਪੈਸੇ ਇਕੱਠੇ ਕਰਨ ਦਾ ਮਾਮਲਾ। ਤੇ ਫਿਰ ਕਹਿੰਦੇ ਬਾਬਿਆਂ ਦੇ ਪੈਸੇ ਇਕੱਠੇ ਕਰਨ ਦਾ ਮਾਮਲਾ ਤਾਂ ਦੂਜੇ ਵੀ ਕਈ ਬਾਬੇ ਆ ਜਿਹੜੇ ਇਦਾਂ ਦੀਆਂ ਕਮਾਈਆਂ ਕਰ ਰਹੇ ਆ, ਫਿਰ ਇੱਕ ਖਾਸ ਕਿਸਮ ਦੀ ਜਿਹੜੀ ਟਾਰਗੇਟਿੰਗ ਕਿਉਂ? ਫਿਰ ਉਹਨਾਂ ਬਾਬਿਆਂ ਨੂੰ ਵੀ ਲੈਣਾ ਚਾਹੀਦਾ ਇਸ ਕੰਜੇ 'ਚ। ਸੰਜੇ ਕਪੂਰ ਜੀ ਉਹਨਾਂ ਨੇ ਸਪੈਸ਼ਲ ਤੌਰ ਤੇ ਉਚੇਚੇ ਤੌਰ ਤੇ ਨਾਮ ਵੀ ਲਿਆ ਰਾਮ ਰਹੀਮ ਦਾ। ਦੇਖੋ ਐਸਾ ਹੈਗਾ ਵਾ ਕਿ ਜੇ ਸਰਕਾਰ ਕੋਲ ਕੋਈ ਜਾਣਕਾਰੀ ਹੁੰਦੀ ਹੈ ਕਿਸੇ ਬਾਰੇ, ਕਿਸੇ ਵੀ ਬੰਦੇ ਬਾਰੇ, ਕਿਸੇ ਆਰਗੇਨਾਈਜੇਸ਼ਨ ਬਾਰੇ, ਤੇ ਸਰਕਾਰ ਉਹਦੇ ਤੇ ਐਕਸ਼ਨ ਲੈਂਦੀ ਹੈ। ਜੇ ਕੋਈ ਰਾਮ ਰਹੀਮ ਬਾਰੇ ਐਸੀ ਕੋਈ ਜਾਣਕਾਰੀ ਆਏਗੀ ਤੇ ਉਹਦੇ ਖਿਲਾਫ ਵੀ ਐਕਸ਼ਨ ਹੋਏਗਾ ਡੈਫੀਨੇਟਲੀ। ਅੱਗੇ ਵੀ ਤੇ ਉਹਦੇ ਖਿਲਾਫ ਐਕਸ਼ਨ ਹੋ ਕੇ ਉਹਨੂੰ ਅੰਦਰ ਕੀਤਾ ਹੀ ਹੈ ਨਾ ਗਵਰਨਮੈਂਟ ਨੇ। ਸੋ ਇਹ ਇਸ ਗੱਲ ਨੂੰ ਪਾਰਟਿਕੂਲਰਲੀ ਪੁਆਇੰਟ ਆਊਟ ਕਰਨਾ ਕਿ ਅੱਜ ਇਹਦੇ ਤੇ ਹੋਈ ਹੈ, ਉਹ ਜਿਸ ਦਿਨ ਰਾਮ ਰਹੀਮ ਤੇ ਐਕਸ਼ਨ ਹੋਇਆ ਸੀ ਉਦੋਂ ਉਸ ਦਿਨ ਉਹਦੇ ਬੰਦੇ ਵੀ ਕਹਿ ਸਕਦੇ ਸੀ ਕਿ ਬਾਕੀਆਂ ਤੇ ਕਿਉਂ ਨਹੀਂ ਕੀਤਾ। तो ਇਹ ਗੱਲਾਂ ਦਾ ਕੋਈ ਲੌਜਿਕ ਨਹੀਂ ਹੈਗਾ। ਜਦੋਂ ਜਿੱਥੇ ਜਿੱਥੇ ਇਨਫੋਰਮੇਸ਼ਨ ਸਰਕਾਰ ਦੇ ਪਾਸ ਆਈ ਜਾਂਦੀ ਹੈ ਉਹਦੇ ਅਕੋਰਡਿੰਗਲੀ ਈਡੀ ਉਸ ਇਨਫੋਰਮੇਸ਼ਨ ਨੂੰ ਐਨਾਲਾਈਜ਼ ਕਰਦਾ ਹੈਗਾ ਵੈ, ਔਰ ਇਨਫੋਰਮੇਸ਼ਨ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਉਹ ਆਪਣੀ ਕਾਰਵਾਈ ਕਰਦਾ ਹੈਗਾ ਵੈ। ਔਰ ਦੂਸਰੀ ਗੱਲ, ਤੁਸੀਂ ਇੰਟਰਸਟਿੰਗਲੀ ਇੱਕ ਗੱਲ ਦੇਖੋ, ਨੋਟ ਕਰੋ, ਕਿਸੇ ਆਰਗੇਨਾਈਜੇਸ਼ਨ ਤੇ ਕੋਈ ਰੇਡ ਨਹੀਂ ਹੋਈ, ਕੁਝ ਇੰਡੀਵਿਜੂਅਲਸ ਤੇ ਰੇਡ ਹੋਈ ਹੈ ਜਿਨ੍ਹਾਂ ਕੋਲ ਫੋਰਨ ਫੰਡਿੰਗ ਦੀ ਸਰਕਾਰ ਕੋਲ ਰਿਪੋਰਟ ਆਈ ਹੈ। ਕਿਸੇ ਆਰਗੇਨਾਈਜੇਸ਼ਨ ਤੇ ਸਰਕਾਰ ਨੇ ਰੇਡ ਨਹੀਂ ਕੀਤੀ ਗਈ। ਜਿਸ ਤਰੀਕੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਰੇਡ ਹੋਈ ਹੈ, ਅੰਮ੍ਰਿਤਸਰ ਅਵਤਾਰ ਸਿੰਘ ਉਹਨਾਂ ਤੇ ਰੇਡ ਹੋਈ ਹੈ, ਤੇ ਇੱਕ ਪਾਰਟਿਕੂਲਰ ਲੋਕਾਂ ਤੇ ਰੇਡ ਕੀਤੀ ਗਈ ਹੈ ਜਿਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਈਡੀ ਦੇ ਪਾਸ ਹੋਏਗੀ। तो मैं समझना कि जिथे जिथे सरकार के पास जानकारी आ जाती है कि कुछ गलत काम हो रहा है, कोई फॉरेन फंडिंग आ रही है और उसको मिसयूज किया जा रहा है, सरकार उहदे बेस ते अपने एक्शन लैंदी है। बिल्कुल ठीक। नरेंद्र संधू इस मामले ते जदों संजय कपूर उन्हां दा आर्गू जिस तरीके नाल गल कर रहे हैं, वो कहते भी तो इंडिविजुअल तौर पर टारगेट किया गया, किसी जिहड़ा कम्यूनिटी नूं जां क्रिश्चियन भाईचारे नूं इदां नहीं लिया गया निशाने के उपर। पर दूजे पासे अमरिंदर जी का कहना है कि फिर जे आप बाबियां की गल करते हैं जो इंडिविजुअल पैसे इकट्ठे कर रहे हैं, तो दूजे बाबियां की पीढ़ी हेठां भी सोटा फेरन की जरूरत है। फिर गिने चुनिया नूं टारगेट क्यों किया जा रहा है? नरेंद्र संधू देखो सिद्धू साहब बिल्कुल गल ठीक है। मैं अमरिंदर सिंह की गल सुनी है, संजय कपूर की गल सुनी। देखो कुछ तो गल्लां है ने अमरिंदर सिंह जी नूं मैं दसना चाहना भी धर्म परिवर्तन जिहड़ा क्रिश्चियनिटी खास तौर पर साडे बॉर्डर एरिया विच होया, इस करके होया भी SGPC ने अपना काम सही तरीके नाल नहीं किया। 10 साल इन्हां दी सरकार रही है, 700 भोगदे रहे, पर इन्हां ने कोई ध्यान नहीं किया। जे ध्यान करदे ते इन्हां धर्म परिवर्तन ना हुंदा। नंबर 1। नंबर 2, SGPC जे अपना सही काम करदी ते दिल्ली सिख गुरुद्वारा प्रबंधक कमेटी अंम੍ਰਿਤਸਰ दफ्तर क्यों खोलदी? उन्होंने की लोड़ सी? उन्होंने किसी कमाई करके तो नहीं किया, उन्होंने सिर्फ धर्म परिवर्तन जिहड़ा हो रहा सी सिखां नूं सिੱਖੀ ਵੱਲ ਲਾਉਣ वास्ते किया। इन्हां ने सही तरीके नाल काम नहीं किया, मनण ते भावें ना मनण। दूजी गल इन्हां दी बिल्कुल ठीक है बई जिहड़ा रेड आ ਉਹ ਕਿਸੇ ਕ੍ਰਿਸਚੀਅਨ ਤੇ ਨਹੀਂ ਕੀਤਾ ਉਹਨਾਂ ਨੇ ਕੀਤਾ ਜਿਹੜੀ ਫੰਡਿੰਗ ਕਰ ਰਹੇ ਨੇ। ਕਈ ਪ੍ਰੀਸ ਨੇ, ਕਈ ਬੜੇ ਬੜੇ ਅੱਛੇ ਪ੍ਰੀਸ ਨੇ, ਕਈ ਬੜੇ ਬੜੇ ਵਧੀਆ ਨੇ, ਉਹਨਾਂ ਨੂੰ ਕੋਈ ਕਿਸੇ ਨੇ ਕਿਹਾ ਹੀ ਨਹੀਂ। ਇਹ ਜਿਹੜੇ ਈਡੀ ਨੇ ਉਹਨਾਂ ਤੇ ਰੇਡ ਕੀਤੀ ਆ ਜਿਨ੍ਹਾਂ ਨੂੰ ਫੋਰਨ ਦੀ ਫੰਡਿੰਗ ਹੁੰਦੀ ਆ ਔਰ ਪੈਸੇ ਦੇ ਨਾਲ ਇਹ ਲੋਕਾਂ ਨੂੰ ਧਰਮ ਪਰਿਵਰਤਨ ਕਰਦੇ ਨੇ। ਮਤਲਬ ਸਾਲਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਆਲੀਸ਼ਾਨ ਕੋਠੀਆਂ ਔਰ ਆਲੀਸ਼ਾਨ ਇਹਨਾਂ ਨੇ ਕਾਰਾਂ ਜ਼ਬਰਦਸਤ ਲੈ ਲਈਆਂ
ਦੇਖੋ ਨਾ ਕਿੱਥੋਂ ਇਹਨਾਂ ਕੋਲ ਆਉਂਦੀ ਹੈ। ਸਰਕਾਰ ਇਹਨਾਂ ਨੂੰ ਪੁੱਛਣਾ ਚਾਹੀਦਾ ਨਾ, ਇਹ ਫੋਰਨ ਦੇ ਟੂਰ ਲਾਉਂਦੇ ਨੇ, ਐਡੇ ਐਡੇ ਵੱਡੇ ਲੱਖਾਂ ਦੀ ਗਿਣਤੀ ਸਮਾਗਮ ਕਰਾਉਂਦੇ ਨੇ, ਕਿੱਥੋਂ ਫੰਡਿੰਗ ਹੁੰਦੀ? ਆਫਟਰ ਆਲ ਫੰਡਿੰਗ ਹੁੰਦੀ ਆ ਤੇ ਹੁੰਦੀ ਆ। ਮੈਂ ਫਿਰ ਉਹੀ ਗੱਲ ਕਰਦਾ, ਮੈਂ ਇਸ ਗੱਲ ਦਾ ਮਤਲਬ ਜੀ ਸਹਿਮਤ ਆ ਵੀ ਇਹ ਸਿਰਫ ਕ੍ਰਿਸਚਨ ਹੀ ਨਹੀਂ, ਇਹ ਸਾਰੇ ਧਰਮਾਂ ਦੇ ਵਿੱਚ ਅਖੌਤੀ ਨਕਲੀ ਬਾਬੇ ਜਿਹੜੇ ਉਗਾਏ ਨੇ ਉਹਨਾਂ ਨੂੰ ਸਾਫ਼ ਕਰਨ ਦੀ ਲੋੜ ਆ। ਇਹ ਜਿਵੇਂ ਗਾਜਰ ਬੂਟੀ ਉਗਾਉਂਦੀ ਹੈ, ਇਹਨਾਂ ਨੂੰ ਸਾਫ਼ ਕਰਨ ਦੀ ਲੋੜ ਆ, ਤਾਂ ਹੀ ਜਿਹੜੀ ਅਸਲੀ ਫਸਲ ਆ ਉਹ ਠੀਕ ਨਿਕਲਦੀ ਆ। ਮਾਨਸ ਕੀ ਜਾਤ ਸਭ ਇੱਕ ਇਹ ਪਹਿਚਾਨ ਬੋ, ਸਾਡੀ ਗੁਰਬਾਣੀ ਤੇ ਇਹ ਕਹਿ ਰਹੀ ਆ। ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ, ਆਪੋ ਆਪਣਾ ਧਰਮ ਵਧੀਆ ਹੁੰਦਾ, ਪਰ ਉਸ ਧਰਮ ਦੇ ਨਾਲ ਜਦੋਂ ਨਕਲੀ ਚੀਜ਼ਾਂ ਉਗਣ ਲੱਗ ਪੈਂਦੀਆਂ ਨੇ ਉਹ ਫਿਰ ਧਰਮ ਨੂੰ ਢਾਹ ਲਾਉਂਦੀਆਂ ਨੇ। ਔਰ ਇਹਦਾ ਸਾਨੂੰ ਸਾਰਿਆਂ ਨੂੰ ਰਲ ਕੇ ਮੁਕਾਬਲਾ ਕਰਨਾ ਪਏਗਾ। ਆਪਦੇ ਧਰਮ ਦੇ ਵਿੱਚ ਜਿਹੜੇ ਨਕਲੀ ਪੈਰੋਕਾਰ, ਨਕਲੀ ਪੈਗੰਬਰ ਤੁਰ ਫਿਰਦੇ ਨੇ, ਉਹਨਾਂ ਨੂੰ ਮੰਨ ਲਓ ਕ੍ਰਿਸਚਨ ਭਾਈਚਾਰੇ ਦੇ ਵਿੱਚ ਜਿਹੜੇ ਨਕਲੀ ਲੋਕ ਪੈਂਦੇ ਨੇ, ਉਹ ਕ੍ਰਿਸਚਨਾਂ ਨੂੰ ਚਾਹੀਦਾ ਉਹਨਾਂ ਨੂੰ ਬੈਨ ਕਰਨ। ਸਿੱਖਾਂ ਨੂੰ ਚਾਹੀਦਾ ਜਿਹੜੇ ਸਿੱਖਾਂ ਦੇ ਸੈਮਲਟੇਨਸਲੀ ਜਿਹੜੇ ਤੁਰਦੇ ਨੇ ਉਹਨਾਂ ਨੂੰ ਬੈਨ ਕਰਨ। ਹਿੰਦੂਆਂ ਨੂੰ ਚਾਹੀਦਾ ਜਿਹੜੇ ਹਿੰਦੂਆਂ ਦੇ ਨਾਲ ਇੱਕ ਅਖੌਤੀ ਪੁੱਛਾਂ ਦੇਣ ਵਾਲੇ ਉਹਨਾਂ ਨੂੰ ਬੈਨ ਕਰਨ। ਅਸਲੀ ਧਰਮ ਜਿਹੜਾ ਮਾਨਵਤਾ ਹੈ, ਮਾਨਵਤਾ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ। ਅਮਰਿੰਦਰ ਜੀ, ਇਸ ਮਾਮਲੇ ਤੇ ਸੰਧੂ ਸਾਹਿਬ ਨੇ ਕਮੈਂਟ ਕੀਤਾ ਕਿਤੇ ਇਹ ਵੀ ਸਵਾਲ ਉੱਠਦਾ ਜਦੋਂ ਆਪਾਂ ਧਰਮ ਪਰਿਵਰਤਨ ਦੀ ਗੱਲ ਕਰਦੇ ਹਾਂ, ਚਾਹੇ ਕ੍ਰਿਸਚਨ ਭਾਈਚਾਰਾ ਜਾਂ ਕਿਸੇ ਹੋਰ ਧਰਮ ਦਾ ਮਾਮਲਾ ਹੈਗਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਵਾਲ ਉੱਠਦਾ ਹੀ ਉੱਠਦਾ। ਕਹਿੰਦੇ ਜਿਸ ਤਰ੍ਹਾਂ ਜਿਹੜਾ ਹੈਗਾ ਬਾਰਡਰ ਦਾ ਏਰੀਆ ਹੈਗਾ ਉੱਥੇ ਧਰਮ ਪਰਿਵਰਤਨ ਦੀ ਵੱਡੇ ਸਵਾਲ ਉੱਠਦੇ ਆ, ਤਾਂ SGPC ਨੇ ਸਹੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਆਪਾਂ ਨੂੰ ਅੱਜ ਦੀ ਇਹ ਡਿਬੇਟ ਕਰਨ ਦੀ ਨੌਬਤ ਹੀ ਨਾ ਆਉਂਦੀ। ਬਿਲਕੁਲ, ਦੇਖੋ ਸਿੱਧੂ ਸਾਹਿਬ, ਮੈਂ ਇਹਦੇ ਵਿੱਚ ਕੋਈ ਮਤਲਬ ਮੈਂ ਸਫਾਈ ਨਹੀਂ ਦੇਣਾ ਚਾਹੁੰਦਾ। ਮੈਂ ਤਾਂ ਇਸ ਚੀਜ਼ ਨੂੰ ਅਸੈਪਟ ਕਰ ਰਿਹਾ ਕਿ SGPC ਦਾ ਜਿਹੜਾ ਰੋਲ ਰਿਹਾ ਹੈਗਾ, ਜਿੰਨੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਹ ਉਹਨਾਂ ਨੇ ਨਹੀਂ ਸਹੀ ਤਰੀਕੇ ਨਾਲ ਕੀਤੀ। ਇਸ ਤੋਂ ਇਲਾਵਾ ਵੀ ਜਿਹੜਾ ਕਨਵਰਸ਼ਨ ਦਾ ਇੱਕ ਹੋਰ ਐਂਗਲ ਵੀ ਹੈਗਾ ਸਮਾਜ ਦੇ ਵਿੱਚ ਕਿ ਅਸੀਂ ਵੀ ਜਿਹੜੇ ਡਾਊਨ ਟਰੋਡਨ ਸਾਡਾ ਸੈਕਸ਼ਨ ਹੈਗਾ ਉਸ ਨੂੰ ਆਪਾਂ ਨੇ ਪਿਆਰ ਨਾਲ, ਮੁਹੱਬਤ ਨਾਲ ਨਹੀਂ ਡੀਲ ਕੀਤਾ। ਉਹਨਾਂ ਨੂੰ ਅਸੀਂ ਬਹੁਤ ਹੀ ਮਤਲਬ ਬੇਕਦਰੀ ਦੇ ਨਾਲ ਉਹਨਾਂ ਨੂੰ ਸੋਸ਼ਲੀ ਉਹਨਾਂ ਨੂੰ ਆਪਾਂ ਡਿਸਕਾਰਡ ਕੀਤਾ ਅਤੇ ਉਹ ਜਿਹੜੀ ਨਫ਼ਰਤ ਹੈ ਇਸ ਕਰਕੇ ਵੀ ਉਹਨਾਂ 'ਚ ਵਧੀ ਹੈ ਅਤੇ ਉਹ ਤਾਂ ਵੀ ਇੱਧਰ ਉੱਧਰ ਜਾ ਰਹੇ ਹੈ। ਸਾਡਾ ਸਭ ਦਾ ਮਤਲਬ ਜਿਹੜੇ ਮੇਨ ਸਟਰੀਮ ਜਿਹੜੇ ਰਿਲੀਜਨਸ ਹੈਗੇ ਆ ਉਹਨਾਂ ਦਾ ਇਹ ਮੁੱਢਲਾ ਫਰਜ਼ ਬਣਦਾ ਕਿ ਉਹ ਜਿਹੜੇ ਕਮਜ਼ੋਰ ਵਰਗ ਹੈ ਉਹਨਾਂ ਦੇ ਵਿੱਚ ਹੈਗਾ ਉਸ ਨੂੰ ਆਪਣੇ ਗਲੇ ਨਾਲ ਲਾਣ ਅਤੇ ਉਸ ਨੂੰ ਆਪਣਾ ਮਤਲਬ ਪੂਰਾ ਨਿੱਘ ਦੇਣ ਅਤੇ ਉਹ ਕੋਈ ਜਾਏਗਾ ਹੀ ਨਹੀਂ ਇੱਕ ਦੂਜੇ ਨੂੰ ਛੱਡ ਕੇ। ਮਤਲਬ ਜਦੋਂ ਨਫ਼ਰਤ ਹੋ ਜਾਂਦੀ ਹੈ ਤਾਂ ਹੀ ਬੰਦਾ ਜਾਂਦਾ ਨਾ ਘਰ ਛੱਡ ਕੇ। ਜੀ ਇਹ ਨਫ਼ਰਤ ਜਿਹੜੀ ਹੈ ਇਹਨੂੰ ਮਿਟਾਉਣ ਦੀ ਲੋੜ ਹੈ। ਜੀ ਅਮਰਿੰਦਰ ਜੀ, ਫਿਰ ਆਮਨੇ ਆਪਾਂ ਤੁਹਾਡੇ ਵੱਲ ਜਿਹੜਾ ਹੈਗਾ ਸਾਡੇ ਨਾਲ ਚੌਧਰੀ ਸਾਹਿਬ ਦਾ ਸੰਪਰਕ ਬਣ ਚੁੱਕਾ ਹੈ। ਚੌਧਰੀ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਜੀ ਹਾਂਜੀ। ਚੌਧਰੀ ਸਾਹਿਬ, ਜਿਸ ਮੁੱਦੇ ਤੇ ਮੈਂ ਸਵਾਲ ਲੈ ਰਿਹਾ ਸੀ, ਬਾਕੀ ਮਹਿਮਾਨਾਂ ਨੇ ਵੀ ਕਿਹਾ, ਉਹ ਕਹਿੰਦੇ ਤਾਂ ਵਿਅਕਤੀਗਤ ਤੌਰ ਤੇ ਕੁਝ ਲੋਕਾਂ ਤੇ ਛਾਪੇਮਾਰੀ ਕੀਤੀ ਗਈ ਹੈ। ਖਾਸ ਤੌਰ ਤੇ ਸੰਜੇ ਕਪੂਰ ਜੀ ਦਾ ਕਹਿਣਾ ਹੈ ਕਿ ਈਸਾਈ ਭਾਈਚਾਰੇ ਨਾਲ ਉੱਦਾਂ ਦਾ ਟਾਰਗੇਟ ਤੇ ਕਰਨ ਦੀ ਕੋਈ ਗੱਲ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਇੱਦਾਂ ਧਨਕਵੇਰ ਬਣੇ ਹੈ ਫੋਰਨ ਫੰਡਿੰਗ ਦੇ ਨਾਲ, ਚਾਹੇ ਇੱਧਰੋਂ ਸੋਰਸਿਸ ਦੇ ਨਾਲ, ਉਹਨਾਂ ਤੇ ਛਾਪੇਮਾਰੀ ਹੋ ਰਹੀ ਹੈ ਅਤੇ ਜਾਣਬੁੱਝ ਕੇ ਇਸ ਮਾਮਲੇ ਤੇ ਬਾਬੇਲਾ ਨਾ ਖੜਾ ਕੀਤਾ ਜਾਏ। ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਘੱਟ ਗਿਣਤੀਆਂ ਨੂੰ ਨਿਸ਼ਾਨਾ ਲਿਆ ਜਾ ਰਿਹਾ ਹੈ, ਇੱਦਾਂ ਦਾ ਕੋਈ ਇਸ਼ੂ ਨਹੀਂ ਹੈ। ਜੀ, ਇਹ ਟਾਈਮਿੰਗ ਦਾ ਇਸ਼ੂ ਹੈ ਨਾ। ਦੇਖੋ ਟਾਈਮਿੰਗ ਕਿਹੜੀ ਹੈ ਨਾ। ਦੇਖੋ ਇਹ ਜਿਹੜਾ ਆਪਣੇ ਫਾਈਨੈਂਸ ਮਿਨਿਸਟਰੀ ਜਿਹੜੀ ਆ ਉਹ ਕਿਹਦੇ ਕੋਲ ਆ? BJP ਜਿਹੜੀ ਅਲਾਈਅੰਸ ਗਵਰਨਮੈਂਟ ਆ ਉਹਨਾਂ ਕੋਲ ਆ, NDA ਕੋਲ। FCR ਜਿਹੜੇ ਆ ਉਹ ਕੌਣ ਇਸ਼ੂ ਕਰਦਾ? ਸੈਂਟਰ ਗਵਰਨਮੈਂਟ ਕਰਦੀ ਆ। ਸੋ ਸਾਰਾ ਕੁਝ ਇਹਨਾਂ ਦੇ ਕੋਲ ਆ। ਜੇ ਕੁਝ ਇਹਨਾਂ ਕੋ ਹੈਗਾ, ਮੈਂ ਕਹਿੰਦਾ ਉਹਦੀ ਜਾਂਚ ਹੋਣੀ ਚਾਹੀਦੀ ਆ। ਜਿਹੜੇ ਵੀ ਇਹਦੇ ਵਿੱਚ ਪਾਏ ਜਾਂਦੇ ਆ, ਅਸੀਂ ਦੇਸ਼ ਦੀ ਜਿਹੜੀ ਇੰਟੈਗ੍ਰਿਟੀ, ਡਿਗਨਿਟੀ, ਉਹਦੇ ਵਿੱਚ ਕ੍ਰਿਸਚੀਅਨਿਟੀ ਦਾ ਬੜਾ ਬਲੀਵ ਆ। ਕ੍ਰਿਸਚੀਅਨਿਟੀ ਅੱਜ ਦੀ ਥੋੜੀ ਆ ਭਾਰਤ ਦੇ ਵਿੱਚ। 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਡਿਸਾਈਪਲ ਥੋਮਾ ਜਿਹੜੇ ਆ ਉਹ ਕੇਰਲ ਦੇ ਵਿੱਚ ਆਏ। ਉਹਨਾਂ ਨੇ ਆ ਕੇ ਪ੍ਰਭੂ ਯਿਸੂ ਮਸੀਹ ਦੀਆਂ ਜਿਹੜੀਆਂ ਟੀਚਿੰਗ ਸੀਗੀਆਂ ਉਹਨਾਂ ਨੇ ਪ੍ਰੀਚ ਕੀਤਾ। ਲੋਕਾਂ ਨੇ ਉਹਨਾਂ ਨੂੰ ਗ੍ਰਹਿਣ ਕੀਤਾ ਤੇ ਉਹਨਾਂ ਦੇ ਕ੍ਰਿਸਚੀਅਨਿਟੀ ਦੇ, ਉਹ ਜੀਸਸ ਕ੍ਰਾਈਸਟ ਦੇ ਫਾਲੋਅਰ ਬਣ ਗਏ। ਸੈਕੰਡਲੀ ਇਹ ਹੈ ਕਿ ਇਹ ਕੋਈ ਮੁਗਲਾਂ ਦਾ ਟਾਈਮ ਤਾਂ ਹੈ ਨਹੀਂ ਆ ਕਿ ਕੋਈ ਕਿਸੇ ਨੂੰ ਫੋਰਸਫੁਲੀ ਜਿਹੜਾ ਉਹਦਾ ਕਨਵਰਜਨ ਕਰੇਗਾ। ਇਹ ਡੈਮੋਕ੍ਰੈਟਿਕ ਕੰਟਰੀ ਆ ਔਰ ਇੱਥੇ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਸਰਕਾਰਾਂ ਜਿਹੜੀਆਂ ਆ ਲੋਕਾਂ ਨੂੰ ਜਿਹੜੀਆਂ ਉਹਨਾਂ ਦੀ ਨਿਗਰਾਨੀ ਕਰਦੀਆਂ ਨੇ। ਸੋ ਇਹ ਜਿਹੜਾ ਟਾਈਮਿੰਗ ਕਰਕੇ ਨਾ ਸਾਨੂੰ ਇਹ ਡਾਊਟ ਹੁੰਦਾ ਹੈ ਵੀ ਇਹ ਜਾਣਬੁੱਝ ਕੇ ਇੱਕ ਟਾਰਗੇਟਿੰਗ ਜਿਹੜਾ ਨਾ ਇਹ ਸਰ ਬਿਲਕੁਲ ਟਾਈਮਿੰਗ ਦੀ ਤੁਸੀਂ ਜੀ ਟਾਈਮਿੰਗ ਦੀ ਗੱਲ ਕरें ਕਿ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਖਾਸ ਤੌਰ ਤੇ ਬਾਰਡਰ ਏਰੀਆ ਬਾਰੇ ਬੜਾ ਸਵਾਲ ਉੱਠ ਰਿਹਾ ਕਿ ਬਾਰਡਰ ਏਰੀਆ ਦੇ ਵਿੱਚ ਜਿਹੜੇ ਕ੍ਰਿਸਚੀਅਨਸ ਹੈਗੇ ਆ ਉਹਨਾਂ ਦਾ ਬੜਾ ਪਸਾਰ ਹੋ ਰਿਹਾ। ਕੋਈ ਲੱਗਦਾ ਕਿ ਚੇਚੇ ਤੌਰ ਤੇ ਕੋਈ ਬਾਰਡਰ 'ਚ ਮੁਹਿੰਮ ਵਿੱਢੀ ਗਈ ਹੈ? ਮੈਂ ਵੀ ਪੁੱਛਣਾ ਸਵਾਲ ਕਿਸੇ ਤਰ੍ਹਾਂ ਦੀ ਕੋਈ ਮੁਹਿੰਮ ਨਹੀਂ ਵਿੱਢੀ ਗਈ ਜੀ। ਜਿਹੜੀ ਕ੍ਰਿਸਚੀਅਨ ਕਮਿਊਨਿਟੀ ਦੀ ਆਪਣੀ ਜਿਹੜੀ ਇਕਨੋਮਿਕ ਪੋਜੀਸ਼ਨ ਆ ਉਹ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਧਰਮ ਨੇ ਉਹਨਾਂ ਤੋਂ ਜ਼ਿਆਦਾ ਜਿਹੜੀ ਆ ਇਹਨਾਂ ਦੀ ਹਾਲਤ ਜਿਹੜੀ ਆ ਮਾੜੀ ਹੈਗੀ ਆ।
ਜੇ ਚਰਚ ਦੇ ਕੋਲ ਇੰਨਾ ਹੀ ਪੈਸਾ ਹੋਵੇ ਤਾਂ ਜਿਹੜੇ ਲੋਕ ਪਹਿਲਾਂ ਤੋਂ ਜਿਹੜੇ ਆ ਚਰਚ ਜਾਂਦੇ ਨੇ ਉਹਨਾਂ ਦੀ ਹਾਲਤ ਕਿਉਂ ਨਹੀਂ ਸੁਧਰ ਰਹੀ? ਅੱਜ ਵੀ ਜਿਹੜੀ ਮੋਗਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਅਸੀਂ ਇਹੋ ਹੀ ਗੱਲ ਰੱਖੀ ਆ ਕਿ ਸਾਨੂੰ ਜਿਹੜਾ ਆ ਇੱਥੇ ਪੰਜਾਬ ਦੇ ਵਿੱਚ 5% ਰਾਖਵਾਂਕਰਨ ਦਿੱਤਾ ਜਾਵੇ, ਕਿਉਂਕਿ ਜਿਹੜੇ ਲੋਕ ਆ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਜਨਰਲ ਕੰਪੀਟ ਨਹੀਂ ਕਰਦੇ, ਇਸ ਕਰਕੇ ਉਹ ਅੱਗੇ ਨਹੀਂ ਵੱਧ ਪਾਉਂਦੇ। ਤਾਂ ਸਾਨੂੰ ਵੀ SC ST ਵਾਂਗ ਜਿਹੜੀ ਰਿਜ਼ਰਵੇਸ਼ਨ ਦਿੱਤੀ ਜਾ, ਅਸੀਂ ਤਾਂ ਮੰਗ ਇਹ ਕਰਦੇ ਹਾਂ ਜੀ। ਔਰ ਦੂਸਰਾ ਇਹ ਸਾਡੇ ਬੇਘਰ ਬੇਜ਼ਮੀਨੇ ਲੋਕ ਆ ਜਿਹੜੇ ਕਿ ਆਜ਼ਾਦੀ ਤੋਂ ਬਾਅਦ ਲਗਾਤਾਰ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਕਿ ਉਹਨਾਂ ਦੇ ਘਰ ਬਿਹਤਰ ਬਣ ਜਾਣ। ਉਹਨਾਂ ਦੇ ਕੋਲ ਤਾਂ ਰਹਿਣ ਨੂੰ ਘਰ ਨਹੀਂ। ਤੁਸੀਂ ਮੇਰੇ ਨਾਲ ਬਾਰਡਰ ਏਰੀਆ 'ਚ ਚੱਲੋ, ਮੈਂ ਤਿਆਰ ਹਾਂ। ਜਿੰਨੇ ਵੀ ਪੈਨਲ ਦੇ ਵਿੱਚ ਬੈਠੇ ਮੇਰੇ ਸਾਥੀ ਨੇ, ਮੈਂ ਉਹਨਾਂ ਅੱਗੇ ਰਿਕੁਐਸਟ ਕਰਦਾ ਕਿ ਕੋਈ ਸਮਾਂ ਰੱਖ ਲਓ, ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ। ਤੁਸੀਂ ਆਪਣਾ ਕੈਮਰੇ ਟੀਮ ਲੈ ਚੱਲੋ, ਮੈਂ ਤੁਹਾਨੂੰ ਦਿਖਾਉਣਾ ਕਿੰਨੀ ਹਾਲਤ ਮਾੜੀ ਹੈ। ਇਹ ਸਿਰਫ ਜਾਣਬੁੱਝ ਕੇ ਜਿਹੜਾ ਆ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ। ਬਾਕੀ ਮੈਂ ਇੱਕ ਗੱਲ ਜ਼ਰੂਰ ਇਹ ਕਹਿਣਾ ਚਾਹੁੰਦਾ, ਦੇਖੋ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਸਭੇ ਸਾਂਝੀ ਬਾਤ ਸਦਾਏ, ਕੋਈ ਨਾ ਬਾਹਰਾ ਦੇਖੋ ਜਿਉ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸੇ ਤਰ੍ਹਾਂ ਕ੍ਰਿਸਚੀਅਨਿਟੀ ਦੇ ਵਿੱਚ ਵੀ ਆ ਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਖੁਦਾ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਚੌਧਰੀ ਸਾਹਿਬ ਹੋਵੇ ਬਲਕਿ ਹਮੇਸ਼ਾ ਦਾ ਜੀ ਚੌਧਰੀ ਸਾਹਿਬ ਬਿਲਕੁਲ ਜਿਹੜਾ ਧਰਮਾਂ ਦੀ ਸਾਂਝੀਵਾਲਤਾ ਦੀ ਗੱਲ, ਮਾਨਵਤਾ ਦੀ ਗੱਲ, ਉਹ ਸਾਰੇ ਧਰਮਾਂ 'ਚ ਹੀ ਸੁਨੇਹਾ ਹੈਗਾ। ਪਰ ਜਿਹੜਾ ਕੁਝ ਸਵਾਲ ਉਠਾਏ ਜਾ ਰਿਹਾ ਕਿ ਖਾਸ ਤੌਰ ਤੇ ਜਿਹੜਾ ਫੰਡਿੰਗ ਦੇ ਨਾਲ ਜਿਹੜਾ ਧਰਮ ਪਰਿਵਰਤਨ ਹੈ ਉਹਦੇ ਤੇ ਸਵਾਲ ਉੱਠ ਰਿਹਾ ਕਿ ਜ਼ਬਰੀ ਧਰਮ ਪਰਿਵਰਤਨ ਕਿਉਂ ਕਰਵਾਇਆ ਜਾ ਰਿਹਾ। ਇਹ ਸਵਾਲ ਹੈ, ਮਾਨਵਤਾ ਦੇ ਸਨੇਹ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਮੈਂ ਕਹਿੰਦਾ ਜੀ ਭਾਰਤ ਦੇ ਵਿੱਚ ਕਾਨੂੰਨ ਆ, ਪੰਜਾਬ ਦੇ ਵਿੱਚ ਕਾਨੂੰਨ ਆ, ਜੇ ਕੋਈ ਕਿਤੇ ਜਬਰੀ ਹੋ ਰਿਹਾ ਕਰਕੇ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜੀ, ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜਿਹੜਾ ਵੀ ਕੋਈ ਕਰਦਾ। ਬਾਕੀ ਰਹੀ ਗੱਲ, ਇਹ 'ਚ ਨੋ ਡਾਊਟ ਅਸੀਂ ਵੀ ਸੰਘਰਸ਼ ਕਰ ਰਹੇ ਹਾਂ। ਸਾਡੇ ਜੋ ਬਿਸ਼ਪ ਸਾਹਿਬਾਨਾਂ ਦਾ ਸਟੈਂਡ ਆ, ਮੇਰਾ ਉਹੀ ਸਟੈਂਡ ਆ ਕਿ ਜੇ ਕੋਈ ਨਕਲੀ ਪਾਸਟਰ, ਜੇ ਕੋਈ ਪਖੰਡ ਕਰਦਾ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਕ੍ਰਿਸਚੀਅਨਿਟੀ ਵਿੱਚ ਨਹੀਂ ਲਿਆ ਰਿਹਾ। ਮੈਂ ਅੱਜ ਤੁਹਾਨੂੰ ਇੱਕ ਪੁਆਇੰਟ ਬੜਾ ਕਲੀਅਰ ਕਰਨਾ ਚਾਹੁੰਦਾ, ਉਹ ਕ੍ਰਿਸਚੀਅਨਿਟੀ 'ਚ ਨਹੀਂ ਲਿਆ ਰਿਹਾ, ਉਹ ਆਪਣਾ ਡੇਰਾ ਬਣਾ ਰਿਹਾ, ਉਹ ਬਾਬਾ ਬਣ ਕੇ ਉਹ ਲੁੱਟ ਕਰਦਾ ਲੋਕਾਂ ਦੀ। ਨੋ ਡਾਊਟ ਕ੍ਰਿਸਚੀਅਨਿਟੀ 'ਚ ਵੀ ਹੋ ਰਿਹਾ ਜੀ। ਚੌਧਰੀ ਸਾਹਿਬ ਤੁਹਾਡਾ ਵਿਊਪੁਆਇੰਟ ਆ ਗਿਆ, ਮੈਂ ਫੇਰ ਆਵਾਂਗੇ ਇਸ ਮੁੱਦੇ ਤੇ। ਆਪਾਂ ਉਹਨੇ ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈ, ਉਹ ਵੀ ਆਪਣੇ ਇਸ ਮੁੱਦੇ ਤੇ ਕਮੈਂਟ ਕਰਨਾ ਚਾਹੁੰਦੇ ਆ। ਸੰਧੂ ਸਾਹਿਬ ਆਣਾ ਤੁਹਾਡੇ ਵੱਲ, ਅਮਰਿੰਦਰ ਜੀ ਉਸ ਤੋਂ ਪਹਿਲਾਂ ਇਸ ਮੁੱਦੇ ਤੇ ਕੁਝ ਕਹਿਣਾ ਚਾਹੁੰਦੇ ਆ ਜੀ। ਅਮਰਿੰਦਰ ਜੀ ਦੇਖੋ ਸਿੱਧੂ ਸਾਹਿਬ, ਮੈਂ ਚੌਧਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਬਈ ਇਹਨਾਂ ਨੇ ਕਿਹਾ ਕਿ ਵੀ ਚਰਚ ਦੇ ਉੱਪਰ ਛਾਪੇਮਾਰੀ ਹੋ ਰਹੀ ਹੈ। ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਬਈ ਪੰਜਾਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਰਵਾਇਤੀ ਚਰਚਿਸ ਹੈਗੀਆਂ ਉਹਨਾਂ ਦੇ ਵਿੱਚ ਪੂਰਾ ਇੱਕ ਸਿਸਟਮ ਹੈ, ਉਹਨਾਂ ਦੇ ਡਾਇਸਿਸ ਹੈਗੇ ਹੈ। ਮੈਂ ਜ਼ਿਆਦਾ ਨਾ ਕਹਾਂ ਤਾਂ ਘੱਟੋ ਘੱਟ 6 ਜਾਂ 7 ਕਿਸਮ ਦੇ ਮਤਲਬ ਇਹਨਾਂ ਦੀਆਂ ਸਟਰੀਮਸ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ। ਉਹਨਾਂ ਦੇ ਵਿੱਚੋਂ ਇੱਕ ਵੀ ਸਟਰੀਮ ਜਿਹੜੀ ਆ ਉਹ ਅੱਜ ਐਜੀਟੇਟ ਨਹੀਂ ਹੋਈ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਕਿ ਈਡੀ ਨੇ ਛਾਪਾ ਮਾਰਿਆ ਤੇ ਉਹ ਇਹਨਾਂ ਦੇ ਨਾਲ ਕਿਉਂ ਨਹੀਂ ਖੜੇ ਹੋ ਰਹੇ। ਉਹ ਸਾਰੇ ਬੰਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਜਥੇਦਾਰ ਅਕਾਲ ਤਖਤ ਨੂੰ ਮਿਲ ਕੇ ਮੀਟਿੰਗ ਕਰਕੇ ਆਏ ਆ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਾਡਾ ਕੋਈ ਤੁਹਾਡੇ ਨਾਲ ਟਕਰਾਅ ਨਹੀਂ ਹੈ। ਆਪਾਂ ਜਵਾਬ ਲੈਣੇ ਇਹਦੇ ਉੱਪਰ ਇਹ ਬਈ ਇਕੱਲੇ ਕਿਉਂ ਖੜੇ ਆ, ਉਹ ਬੰਦਾ ਕੋਈ ਵੀ ਨਹੀਂ ਬੋਲ ਰਿਹਾ, ਇਹ ਕੀ ਰੀਜ਼ਨ ਹੈਗਾ? ਚੌਧਰੀ ਸਾਹਿਬ ਆਪਾਂ ਜਵਾਬ ਲੈਣੇ ਆ। ਨਰਿੰਦਰ ਸੰਧੂ ਵੀ ਕਹਿਣਾ ਚਾਹੁੰਦੇ, ਨਰਿੰਦਰ ਸੰਧੂ ਦਾ ਸਵਾਲ ਵੀ ਲੈ ਲਈਏ ਆਪਾਂ, ਫਿਰ ਇਕੱਠੇ ਸ਼ਾਇਦ ਤੁਹਾਨੂੰ ਸੌਖਾ ਰਹੇਗਾ। ਸੰਧੂ ਸਾਹਿਬ ਦਾ ਆਪਾਂ ਸਵਾਲ ਵੀ ਲੈ ਲਈਏ ਜੀ। ਸੰਧੂ ਸਾਹਿਬ ਮੇਰਾ ਵੀ ਐਕਚੁਅਲੀ ਇਹਦੇ ਨਾਲ ਹੀ ਰਲਦਾ ਮਿਲਦਾ ਸਵਾਲ ਹੈ ਤਾਂ ਇਹ ਪੁੱਛ। ਦੇਖੋ ਮੈਂ ਲਾਰੈਂਸ ਜੀ ਨੂੰ ਬੜੇ ਅਦਬ ਨਾਲ ਪੁੱਛਣਾ ਚਾਹੁੰਦਾ, ਜਿਵੇਂ ਅਸੀਂ ਬੀਇੰਗ ਅ ਸਿੱਖ, ਮੈਂ ਸਿੱਖ ਹਾਂ ਭਾਵੇਂ ਕਾਂਗਰਸ ਤੋਂ ਬਿਲੋਂਗ ਕਰਦਾ, ਸਾਰੇ ਅਸੀਂ ਜਿਹੜੇ ਸਿੱਖ ਆ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਕਿਤੇ ਵੀ ਮੱਥਾ ਨਹੀਂ ਟੇਕਦੇ ਔਰ ਬਾਕੀ ਧਰਮਾਂ ਦਾ ਸਨਮਾਨ ਅਸੀਂ ਕਰਦੇ ਹਾਂ। ਜਦੋਂ ਸਾਡੇ ਧਰਮ ਦੇ ਵਿੱਚ ਕੋਈ ਨਕਲੀ ਆ ਜਾਂਦਾ ਤੇ ਅਸੀਂ ਉਹਦਾ ਸਾਰਾ ਮੁਜ਼ੰਮਤ ਕਰਦੇ ਹਾਂ, ਉਹਦੀ ਭਾਵੇਂ ਕਿਸੇ ਪਾਰਟੀ ਤੋਂ ਹੀ, ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਉਹਨੂੰ ਕਹਿੰਦੇ ਵੀ ਇਹ ਗਲਤ ਆ। ਇਵੇਂ ਹੀ ਹਿੰਦੂ ਧਰਮ ਦੇ ਵਿੱਚ ਵੀ ਜਦੋਂ ਨਕਲੀ ਉਹ ਗਾਉਂਦੇ ਨੇ, ਪੁੱਛਾਂ ਦੇਣ ਵਾਲੇ ਜਾਂ ਹੱਥ ਵੇਖ ਕੇ ਜਾਂ ਨਕਲੀ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਉਹ ਬੜਾ ਕੰਡੈਮ ਕਰਦੇ ਨੇ। ਅੱਧਾ ਪ੍ਰਸ਼ਨ ਦਾ ਐਕਚੁਅਲੀ ਆਨਸਰ ਜਿਹੜਾ ਉਹਨਾਂ ਨੇ ਤੁਸੀਂ ਲਾਰੈਂਸ ਜੀ ਨੇ ਦੇ ਦਿੱਤਾ ਸੀ। ਮੈਂ ਉਹਨਾਂ ਨੂੰ ਕਲੀਅਰ ਕਰਨ ਕਿ ਤੁਸੀਂ ਰਾਸ਼ਟਰੀ ਪ੍ਰਧਾਨ ਜਾਂ ਕ੍ਰਿਸਚਨ ਸਮਾਜ ਦੇ, ਤੁਹਾਨੂੰ ਇਹ ਨਹੀਂ ਚਾਹੀਦਾ ਵੀ ਜਿਹੜੇ ਨਕਲੀ ਉੱਠ ਆਏ ਨੇ, ਜਿਹਨੇ ਇਹਨਾਂ ਦੀ ਤੁਸੀਂ ਕੋਈ ਕੁਆਲੀਫਿਕੇਸ਼ਨ ਨਹੀਂ ਵੇਖਦੇ, ਇਹ ਪਹਿਲੋਂ ਤੁਹਾਡੇ ਕਿੰਨੇ ਪੁਰਾਣੇ ਸੋਹਣੇ ਬੜੇ ਪੁਰਾਣੇ 100 ਸਾਲ ਪੁਰਾਣੇ ਚਰਚ ਨੇ ਜਿਨ੍ਹਾਂ ਦੇ ਵਿੱਚ ਸੰਡੇ ਨੂੰ ਜਾਂ ਈਸਟਰ ਨੂੰ ਜਾਂ ਕ੍ਰਿਸਚਨ ਪ੍ਰਾਰਥਨਾ ਜਾ ਕੇ ਕਰਦੇ ਨੇ। ਅਸੀਂ ਉਦੋਂ ਲੰਘਦੇ ਆ ਸਨਮਾਨ ਨਾਲ ਸਿਰ ਝੁਕਾ ਕੇ ਜਾਂਦੇ। ਇੱਕ ਮਿੰਟ ਸਿੱਧੂ ਸਾਹਿਬ, ਤੁਹਾਨੂੰ ਨਹੀਂ ਚਾਹੀਦਾ ਵੀ ਜਿਹੜੇ ਨਕਲੀ ਉੱਗ ਆਏ ਆ
ਈਡੀ ਤੋਂ ਪਹਿਲਾਂ ਤੁਹਾਡਾ ਸਮਾਜ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਦੱਸੋ ਇੰਨੇ ਪੈਸੇ ਤੁਸੀਂ ਕਿੱਥੋਂ ਲੈਂਦੇ ਆ, ਤੁਸੀਂ ਦੱਸੋ ਇੰਨੀਆਂ ਗੱਡੀਆਂ ਤੁਹਾਡੇ ਕੋਲ ਕਿੱਥੋਂ ਆ ਗਿਆ, ਤੁਸੀਂ ਦੱਸੋ ਤੁਹਾਡੀ ਡਿਗਰੀ ਕੀ ਆ, ਤੁਸੀਂ ਇੱਕ ਹੱਥ ਨਾਲ ਉਹਨਾਂ ਨੂੰ ਕਹਿੰਦੇ ਜੇ ਵੀ ਇਹ ਉੱਡ ਜਾ ਤੇ ਉੱਡ ਜਾਂਦਾ ਜਾਂ ਡਿੱਗ ਪੈਂਦਾ। 20 ਲੇਡੀਜ਼ ਨੂੰ ਖੜੀਆਂ ਕਰਕੇ ਤੇ ਇਹ ਕਹਿੰਦੇ ਨੇ ਆਪਾਂ ਜਵਾਬ ਲੈ ਲਈਏ ਸੰਧੂ ਸਾਹਿਬ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ। ਇਹ ਮੈਂ ਚੌਧਰੀ ਸਾਹਿਬ ਬੜੇ ਅਦਬ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਤੁਹਾਡੇ ਸਮਾਜ ਨੂੰ ਪਹਿਲ ਕਰਨੀ ਚਾਹੀਦੀ ਆ ਵੀ ਆਪਣਾ ਨਕਲੀ ਜਿਹੜਾ ਗੰਦ ਨਾਲ ਉਗਾਇਆ ਇਹਨੂੰ ਤੁਹਾਨੂੰ ਆਪਾਂ ਜਵਾਬ ਲੈ ਲਈਏ, ਤੁਸੀਂ ਅੱਜ ਨਹੀਂ ਪੁੱਟਿਆ, ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਸੰਜੇ ਕਪੂਰ ਜੀ ਤੁਸੀਂ ਬਣੇ ਰਹੋ ਸਾਡੇ ਨਾਲ, ਮੈਂ ਡੈਫੀਨਿਟਲੀ ਤੁਹਾਡੇ ਵੱਲ ਲੈ ਕੇ ਆ ਰਿਹਾ ਸਵਾਲ। ਆਪਾਂ ਪਹਿਲਾਂ ਜਵਾਬ ਲੈ ਲਈਏ ਚੌਧਰੀ ਸਾਹਿਬ ਤੋਂ। ਚੌਧਰੀ ਸਾਹਿਬ ਕੋਲ ਸਵਾਲ ਕਈ ਇਕੱਠੇ ਹੋ ਗਏ ਹੈ ਜੀ। ਚੌਧਰੀ ਸਾਹਿਬ ਜੀ, ਆਪਣੇ ਬੜੀ ਚੌਧਰੀ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਹੈ। ਸੰਜੇ ਕਪੂਰ ਵੀ ਇੱਕ ਸਵਾਲ ਲੈਣਾ ਚਾਹੁੰਦੇ, ਸ਼ਾਇਦ ਇਕੱਠਿਆਂ ਦਾ ਜਵਾਬ ਦੇਣਾ ਤੁਹਾਡੇ ਲਈ ਵੀ ਸੌਖਾ ਹੋਏਗਾ ਜੀ। ਕਪੂਰ ਸਾਹਿਬ। ਚੌਧਰੀ ਸਾਹਿਬ ਨੇ ਹੁਣੇ ਇੱਕ ਗੱਲ ਕੀਤੀ ਹੈ ਕਿ ਟਾਈਮਿੰਗ ਗਲਤ ਹੈਗੀ ਹੈ। ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹਦੇ ਲਈ ਜੇ ਸਰਕਾਰ ਕੋਲ ਕੋਈ ਇਨਪੁਟ ਹੋਵੇ, ਸਰਕਾਰ ਕੋਲ ਕੋਈ ਜਾਣਕਾਰੀ ਹੋਵੇ ਕਿ ਕੁਝ ਗਲਤ ਹੋ ਰਿਹਾ ਹੈ, ਉਹਦੇ ਲਈ ਉਹਨੂੰ ਕਿਹੜੀ ਟਾਈਮਿੰਗ ਦੀ ਵੇਟ ਕਰਨੀ ਚਾਹੀਦੀ ਹੈਗੀ ਹੈ ਚੌਧਰੀ ਸਾਹਿਬ? ਆਪਾਂ ਜਵਾਬ ਲੈ ਲਈਏ। ਗਲਤ ਵਾਲਾ ਕੀ ਇਸ਼ੂ ਆ ਗਿਆ ਹੈਗਾ, ਥੋੜਾ ਇਹਨੂੰ ਕਲੀਅਰ ਕਰ ਦਿਓ ਜ਼ਰਾ। ਜੀ 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 ਚੌਧਰੀ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਐਸਜੀਪੀਸੀ ਦੇ ਮੈਂਬਰ ਸਰਦਾਰ ਅਮਰਿੰਦਰ ਸਿੰਘ ਜੀ, ਉਹਨਾਂ ਦੀ ਹਾਂਜੀ, ਉਹਨਾਂ ਨੇ ਇਹ ਗੱਲ ਉਠਾਈ ਆ ਕਿ ਬਾਕੀ ਸਾਰੀਆਂ ਡਾਇਸਿਸ ਜਿਹੜੀਆਂ ਆ ਉਹ ਪਖੰਡਵਾਦ ਦਾ ਵਿਰੋਧ ਕਰਦੀਆਂ ਤੇ ਉਹ ਇਸ ਬੁਰਾਈ ਦੇ ਖਿਲਾਫ ਸਟੈਂਡ ਲੈਂਦੀਆਂ। ਮੇਰਾ ਵੀ ਸਟੈਂਡ ਉਹੀ ਆ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਮੇਰਾ ਵੀ ਸਟੈਂਡ ਉਹੀ ਆ, ਕਿਉਂਕਿ ਅਸੀਂ ਵੀ ਪਖੰਡਵਾਦ ਤੋਂ ਪੀੜਤ ਆ ਤੇ ਪਖੰਡ ਦੇ ਖਿਲਾਫ ਆ। ਅਸੀਂ ਪਖੰਡ ਦਾ ਸਮਰਥਨ ਨਹੀਂ ਕਰਦੇ। ਮੈਂ ਸਿਰਫ ਜਿਹੜੀ ਇਹ ਰੇਡ ਦੀ ਟਾਈਮਿੰਗ ਦੀ ਗੱਲ ਕੀਤੀ ਆ, ਮੈਂ ਉਹਨਾਂ ਨੂੰ ਇਹ ਜਸਟੀਫਿਕੇਸ਼ਨ ਨਹੀਂ ਦੇ ਰਿਹਾ ਵੀ ਉਹ ਜਿਹੜੇ ਆ ਵੀ ਪਖੰਡ ਨਹੀਂ ਕਰਦੇ। ਹਾਂ, ਕੋਈ ਇਨਪੁਟ ਹੋਏਗੀ, ਹੋਈ ਆ ਰੇਟ, ਸਾਨੂੰ ਇਹਦੇ 'ਚ ਕੋਈ ਆਬਜੈਕਸ਼ਨ ਨਹੀਂ ਹੈਗਾ, ਪਰ ਬੇਨਤੀ ਇਹ ਹੈਗੀ ਆ ਵੀ ਇਸ ਆੜ ਦੇ ਵਿੱਚ ਝੂਠੇ ਸਾਡੇ ਤੇ ਆਰੋਪ ਲਾਉਣੇ ਉਹ ਗਲਤ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਐਜ਼ ਏ ਕ੍ਰਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਇਸ ਪਖੰਡ ਦਾ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਆ ਕ੍ਰਿਸਚਨ ਨੈਸ਼ਨਲ ਫਰੰਟ ਕਰਦਾ। ਪਿਛਲੇ ਦਿਨਾਂ 'ਚ ਜਿੰਨੇ ਵੀ ਇਸ਼ੂ ਉੱਭਰੇ ਨੇ ਉਹਦੇ ਵਿੱਚ ਜੇ ਕੋਈ ਸਾਡੇ ਧਰਮ ਦੇ ਵਿੱਚ ਆ ਕੇ ਕੁਝ ਨਕਲੀ ਲੋਕ ਇਹ ਕੰਮ ਕਰਦੇ ਨੇ, ਮੈਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਕੰਡੈਮ ਕੀਤਾ, ਨੰਬਰ 1 ਜੀ। ਨੰਬਰ 2, ਸਾਡੇ ਭਾਜਪਾ ਤੋਂ ਸੰਜੇ ਕਪੂਰ ਜੀ ਨੇ ਸਵਾਲ ਕੀਤਾ ਆ ਕਿ ਟਾਈਮਿੰਗ ਦੀ ਗੱਲ। ਦੇਖੋ, ਜੇ ਇਹੋ ਹੀ ਕਾਰਵਾਈ ਜਦੋਂ ਅਸੀਂ ਮੰਗ ਕਰਦੇ ਸੀਗੇ ਵੀ ਕੁਝ ਲੋਕ ਧਰਮ ਦੇ ਵਿੱਚ ਨਕਲੀ ਪ੍ਰਵੇਸ਼ ਕਰ ਗਏ ਨੇ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਧਰਮ ਬਦਲਦੇ, ਇਹ ਪੈਨਲ ਤੋਂ ਕਲੀਅਰ ਕਰ ਦੇਣਾ ਚਾਹ ਧਰਮ ਨਹੀਂ ਬਦਲਦੇ। ਜੇ ਉਹਨਾਂ ਨੂੰ ਯਸੂਸੀ ਦੀ ਨਾਂ ਦੀ ਆੜ ਦੇ ਵਿੱਚ ਉਹਨਾਂ ਦੀ ਲੁੱਟ ਕਰਦੇ ਆ ਤੇ ਉਦੋਂ ਸਰਕਾਰ ਨੇ ਕੋਈ ਮਤਲਬ ਨਹੀਂ ਲਿਆ ਜਦੋਂ ਅਸੀਂ ਮੰਗ ਕਰਦੇ ਸੀ। ਔਰ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਣਾ ਚਾਹੁੰਦਾ, ਜਲੰਧਰ ਦੇ ਵਿੱਚ ਇੱਕ ਪਵਿੱਤਰ ਬਾਈਬਲ ਰੂਪੀ ਕੇਕ ਕੱਟਿਆ ਗਿਆ ਸੀਗਾ ਕਰੋਨਾ ਤੋਂ ਪਹਿਲਾਂ, 2018 ਦੀ ਮੈਂ ਗੱਲ ਕਰ ਰਿਹਾ। ਉਹਦੇ ਵਿੱਚ ਮੈਂ ਕ੍ਰਿਸਚਨ ਨੈਸ਼ਨਲ ਫਰੰਟ ਨੇ ਜਿਹੜਾ ਉਹ ਕੇਕ ਕੱਟਿਆ ਗਿਆ ਸੀਗਾ, ਸਭ ਤੋਂ ਜ਼ਿਆਦਾ ਵਿਰੋਧ ਉਹਦੇ ਵਿੱਚ ਕ੍ਰਿਸਚਨ ਨੈਸ਼ਨਲ ਫਰੰਟ ਨੇ ਦਰਜ ਕਰਾਇਆ ਸੀ ਤੇ FIR ਦੀ ਮੰਗ ਕੀਤੀ ਕਿ ਸਾਡੀਆਂ ਧਾਰਮਿਕ ਭਾਵਨਾ ਠੇਸ ਪਹੁੰਚੀ। ਰੂਪੀ ਕੇਕ ਕੱਟ ਸਕਦੇ ਤੇ ਬਾਈਬਲ ਦਾ ਬਣਾ ਕੇ ਉਹ ਕ੍ਰਿਸਚਨ ਥੋੜੀ ਹੋ ਸਕਦੇ ਆ। ਸੋ ਸਾਨੂੰ ਇਹ ਜਿਹੜੇ ਨਕਲੀ ਲੋਕ ਆ ਉਹਨਾਂ ਦੇ ਖਿਲਾਫ ਸਰਕਾਰ ਨੀਤੀ ਬਣਾਵੇ ਜੀ। ਤਾਂ ਕਿ ਇਹ ਪੰਜਾਬ ਦੇ ਵਿੱਚੋਂ ਪਖੰਡਵਾਦ, ਮੈਨੂੰ ਪਤਾ ਪਖੰਡਵਾਦ ਦੀ ਵਜ੍ਹਾ ਨਾਲ ਅੱਜ ਇੱਕ ਵਿਗਿਆਨਕ ਜਿਹੜੀ ਸੋਚ ਆ ਉਹ ਖਤਮ ਹੁੰਦੀ ਜਾ ਰਹੀ ਆ। ਤੁਸੀਂ ਸਰ ਇੱਕ ਸਵਾਲ ਜਿਹੜਾ ਵਿਗਿਆਨਕ ਸੋਚ ਤੁਸੀਂ ਸਰ ਜਿਹੜਾ ਸਵਾਲ ਲੈ ਰਿਹਾ ਮਹਿਮਾਨ ਕਹਿ ਰਿਹਾ ਹੈ ਜੇ ਈਡੀ ਨੇ ਛਾਪੇਮਾਰੀ ਕੀਤੀ ਹੈ, ਕੋਈ ਗਲਤ ਢੰਗ ਨਾਲ ਸੋਰਸੇਜ ਜਿਹੜਾ ਹੈਗਾ ਫੋਰਨ ਫੰਡਿੰਗ ਦੀ ਗੱਲ ਹੈ, ਉਹ ਜਾਂਚ ਸਾਹਮਣੇ ਆ ਜਾਏ ਤੇ ਕੀ ਇਤਰਾਜ਼ ਹੈ? ਇਹ ਵੀ ਕਿਹਾ ਜਾ ਰਿਹਾ ਹੈ। ਨਹੀਂ, ਕੋਈ ਇਤਰਾਜ਼ ਨਹੀਂ ਆ। ਅਸੀਂ ਕਹਿੰਦੇ ਵੀ ਜਦੋਂ ਅਸੀਂ ਮੰਗ ਕਰਦੇ ਸੀ ਵੀ ਇਹਨਾਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਆ। ਜਦੋਂ ਮੋਹਾਲੀ ਦੇ ਵਿੱਚ ਇੱਕ ਖਰੜ ਦੇ ਵਿੱਚ ਇਸ਼ੂ ਬਣਿਆ ਸੀਗਾ, ਇੱਕ ਕਿਸਾਨ ਇੱਕ ਉੱਥੇ ਖੇਤ ਬਾਹ ਰਿਹਾ ਸੀਗਾ, ਉੱਥੇ ਇੱਕ ਡੇਰਾ ਚੱਲਦਾ ਹੈ ਯਿਸੂ ਮਸੀਹ ਦੀ ਆੜ 'ਚ, ਤੇ ਉਦੋਂ ਉਹਨਾਂ ਨੇ ਕਿਸਾਨਾਂ ਨੇ ਧਰਨਾ ਵੀ ਲਾਇਆ ਵੀ ਇੱਥੋਂ ਡੇਰਾ ਚੁਕਾਇਆ ਜਾਵੇ। ਉਦੋਂ ਸਰਕਾਰ ਜਿਹੜੀ ਆ ਉਸ ਵੇਲੇ ਸਰਕਾਰ ਨੂੰ ਵੀ ਜਿਹੜੀ ਆ ਉਹ ਕਨਵੀਨੀਅੰਸ ਹੁੰਦੀ ਆ ਕਿਉਂਕਿ ਵੋਟਾਂ ਲੈਣੀਆਂ ਜੀ। ਸੋ ਅਸੀਂ ਤਾਂ ਮੰਗ ਕਰਦੇ ਆ ਕਿ ਇਹ ਹੋਣਾ ਚਾਹੀਦਾ ਕਿਉਂਕਿ ਕ੍ਰਿਸਚੀਅਨਿਟੀ ਜਿਹੜੀ ਆ ਉਹ ਬਿਲਕੁਲ ਅਲਾਉ ਨਹੀਂ ਕਰਦੀ ਕਿਸੇ ਤਰ੍ਹਾਂ ਜੀ। ਚੌਧਰੀ ਸਾਹਿਬ ਤੁਹਾਡਾ ਧਰਮ ਪਰਿਵਰਤਨ ਦੇ ਖਿਲਾਫ ਹੈਗੇ ਆ। ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਸੀਂ ਬਣੇ ਰਹੋ ਸਾਡੇ ਨਾਲ, ਫੇਰ ਆਨੇ ਆਪਾਂ ਇਸ ਮੁੱਦੇ ਤੇ ਫੇਰ ਆਵਾਂਗੇ। ਸੰਜੇ ਕਪੂਰ ਜੀ ਇੱਕ ਜਿਹੜੀ ਚੁਣੌਤੀ ਜਿਹੜਾ ਹੈਗਾ ਲਾਰਨ ਚੌਧਰੀ ਨੂੰ ਦਿੱਤੀ, ਉਹ ਕਹਿੰਦੇ ਬਾਰਡਰ ਏਰੀਏ ਤੁਸੀਂ ਮੇਰੇ ਨਾਲ ਚੱਲੋ, ਜੋ ਉੱਥੇ ਗੁਰਬਤ ਆ, ਜੋ ਮਾੜੀ ਸਥਿਤੀ ਹੈ,
ਉਹ ਕਹਿੰਦੇ ਸਾਨੂੰ ਤਾਂ ਕ੍ਰਿਟੀਸਾਈਜ਼ ਕਰ ਰਹੇ ਹੋ, ਉੱਥੇ ਜਾ ਕੇ ਲੋਕਾਂ ਦੀ ਹਾਲਾਤ ਤਾਂ ਦੇਖੋ। ਕਹਿੰਦੇ ਮੈਂ ਨਾਲ ਜਾਣ ਨੂੰ ਤਿਆਰ ਹਾਂ। ਸੰਜੇ ਕਪੂਰ, ਤੁਸੀਂ ਵੀ ਬਾਰਡਰ ਏਰੀਆ ਨਾਲ ਸੰਬੰਧ ਰੱਖਦੇ ਹੋ, ਕਿਵੇਂ ਕਹੋਗੇ ਇਸ ਸਥਿਤੀ ਬਾਰੇ? ਦੇਖੋ ਐਸਾ ਹੈਗਾ ਕਿ ਜੋ ਚੌਧਰੀ ਸਾਹਿਬ ਕਹਿ ਰਹੇ, ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ, ਇਹ ਜਾਣਕਾਰੀ ਦੇ ਵਿੱਚ ਹੈਗਾ ਕਿ ਬਾਰਡਰ ਏਰੀਆ ਦੇ ਹਾਲਾਤ ਤੋਂ ਖਰਾਬ ਹੈਗੇ ਹੈ। ਉੱਥੇ ਦੇ ਲੋਕਾਂ ਨੂੰ ਇੱਕ ਬੜਾ ਡਿਫਿਕਲਟ ਆਪਣਾ ਜੀਵਨ ਬਿਤਾਉਣਾ ਪੈਂਦਾ ਪਿਆ ਹੈਗਾ ਵੈ। ਔਰ ਮੈਂ ਸਮਝਦਾ ਕਿ ਪੰਜਾਬ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੈਗੀ ਹੈ ਕਿ ਉਹਨਾਂ ਦੀ ਸੁਧ ਲਿੱਤੀ ਜਾਵੇ, ਕਿਉਂਕਿ ਜੋ ਲੋਕ ਬੜੇ ਬਾਰਡਰ ਦੇ ਬਿਲਕੁਲ ਨੇੜੇ ਰਹਿੰਦੇ ਪਏ ਹੈ, ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀਆਂ ਨਹੀਂ ਹੈਗੀਆਂ। ਜਿੱਥੋਂ ਤੱਕ ਸੈਂਟਰਲ ਗਵਰਨਮੈਂਟ ਦਾ ਸਵਾਲ ਹੈਗਾ ਵੈ, ਸੈਂਟਰਲ ਗਵਰਨਮੈਂਟ ਨੇ ਵੱਖਰੀਆਂ ਗਰੀਬ ਕਲਿਆਣ ਲਈ ਕਈ ਯੋਜਨਾਵਾਂ ਕੱਢੀਆਂ ਹੋਈਆਂ ਵੇ। ਲੋਕੀ ਉਹ ਯੋਜਨਾਵਾਂ ਦਾ ਬੈਨੀਫਿਟ ਲੈ ਸਕਦੇ ਹੈਗੇ ਹੈ। ਔਰ ਜਿਸ ਤਰ੍ਹਾਂ ਇਹਨਾਂ ਵਰਗੇ ਪੜ੍ਹੇ ਲਿਖੇ ਲੋਕ ਹੈਗੇ ਹੈ, ਜਿਹੜੇ ਉੱਥੋਂ ਦੇ ਲੋਕਾਂ ਹੈਗੇ, ਉਹਨਾਂ ਨੂੰ ਗਾਈਡ ਵੀ ਕਰ ਸਕਦੇ ਹੈਗੇ ਹੈ ਕਿ ਇਹ ਸਕੀਮਾਂ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਔਰ ਆਪਣੀ ਲਾਈਫ ਸਟਾਈਲ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਕਈ ਵਪਾਰ ਕਰਨ ਲਈ ਛੋਟੇ ਛੋਟੇ ਮੁਦਰਾ ਲੋਨ, ਕਈ ਤਰ੍ਹਾਂ ਦੇ ਲੋਨ ਸਰਕਾਰ ਨੇ ਆਪਣੇ ਅਨਾਉਂਸ ਕੀਤੇ ਹੋਏ ਹੈ ਕਿ ਜੇ ਤੁਸੀਂ ਵਪਾਰ ਕਰਨਾ ਚਾਹੁੰਦੇ ਹੈਗੇ ਹੋ ਤੇ ਬੈਂਕਾਂ ਕੋਲੋਂ ਛੋਟੇ ਕਰਜ਼ੇ ਵੀ ਲੈ ਸਕਦੇ ਹੈਗੇ ਹੋ। तो कई तरह की स्कीमां सरकार वालों सेंट्रल गवर्नमेंट वालों लॉन्च की गई है। ते जड़े लोग हैगे है, जड़े इन्हां दे लोकां दे नाल जुड़े होए है, उन्हां दी भी जिम्मेवारी बनदी है कि वो लोकां नूं इहदे बारे गाइड करन, उन्हां नूं दस्सण कि सरकार इस तरह की सहूलत देंदी है, इहदा एडवांटेज लेना चाहिए। थैंक यू वेरी मच, थैंक यू संजय कपूर। समय के लिहाज नाल आपां फिर आवांगे तुहाडे वल। जिहड़ा नरेंद्र संधू, बार्डर एरिया नाल तुसीं भी संबंध रखदे हो, जो बार्डर एरिया की गल की जाती है, साफ तौर पर चौधरी साहब ने कहा कि जिहड़ी माड़ी हालत है वो हुण कहंदे क्रिश्चियन नूं ना जिम्मेवार ठहराओ इस माड़ी हालत लई। नहीं देखो, बिल्कुल ठीक गल है। मैं क्रिश्चियन समाज नूं नहीं इस वास्ते जिम्मेवार ठहराना चाहता। देखो, बॉर्डर एरिया बहुत पछड़िया इलाका है, कोई शक नहीं। ते एक जिहड़ा गरीब गुरबा हुंदा उहनूं विचारे नूं रोटी पानी ते होर छोटे मोटे जिहड़े सहूलतां मिल जाण ते ओहनूं धर्म बहुत बाद दी खेड़ है। ਪਹਿਲਾਂ ਉਹਨੂੰ ਢਿੱਡ ਦੀ ਅੱਗ ਦਿਸਦੀ ਆ, ਉਹਨੂੰ ਸਿਰ ਦੀ ਛੱਤ ਦਿਸਦੀ ਆ, ਉਹਨੂੰ ਚੀਜ਼ਾਂ ਮੁਹੱਈਆ ਜਿਹੜਾ ਬੰਦਾ ਕਰਾ ਦੇ ਉਹਦੇ ਮਗਰ ਹੋ ਜਾਂਦੇ। ਮੈਂ ਇਸ ਗੱਲ 'ਚ ਕੋਈ ਸ਼ੱਕ ਨਹੀਂ। ਚੌਧਰੀ ਸਾਹਿਬ ਨੇ ਜੋ ਸਵਾਲ ਲਿਆ, ਸੰਧੂ ਸਾਹਿਬ, ਮੈਂ ਇੱਕ ਨਿੱਕਾ ਜਿਹਾ ਸਵਾਲ, ਬੜੀ ਬਰੀਕ ਜੀ ਲਾਈਨ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਦੇਖੋ, ਜਦੋਂ ਤਾਂ ਸਰਕਾਰਾਂ ਕਿਲੋਆਂ ਦੇ ਹਿਸਾਬ ਨਾਲ ਰਾਸ਼ਨ, ਚੌਲ, ਦਾਲ, ਆਟਾ ਦੇ ਕੇ ਇਲੈਕਸ਼ਨਾਂ ਜਿੱਤਦੀਆਂ, ਸੱਤਾ 'ਚ ਆਉਂਦੀਆਂ, ਉਹਦਾ ਆਪਾਂ ਜਸਟੀਫਾਈ ਕਰਦੇ ਹਾਂ। ਜੇ ਧਰਮ ਵਾਲੇ ਕਿਸੇ ਦੀ ਮਦਦ ਕਰਦੇ ਆ, ਉਹਨਾਂ ਨੇ ਕਿਸੇ ਨੂੰ ਹੋ ਸਕਦਾ ਆਟਾ ਦਾਲ ਦਿੱਤੀ ਹੋਏ, ਕਿਸੇ ਬੱਚੇ ਦੇ ਸਕੂਲ ਦੀ ਫੀਸ ਦਿੱਤੀ ਹੋਏ, ਉਹ ਫਿਰ ਬੁਰੀ ਹੋ ਜਾਂਦੀ, ਉੱਥੇ ਧਰਮ ਪਰਿਵਰਤਨ ਹੋ ਜਾਂਦਾ ਹੈ। ਇਹ ਬਰੀਕ ਜੀ ਲਾਈਨ ਦਾ ਕਿਤੇ ਨਾ ਕਿਤੇ ਵਖਰੇਵਾਂ ਹੋਣਾ ਚਾਹੀਦਾ ਹੈ। ਨਹੀਂ ਸਿੱਧੂ ਸਾਹਿਬ, ਤੁਸੀਂ ਮੇਰੀ ਗੱਲ ਨੂੰ ਮੈਂ ਪੂਰਾ ਲਿਆ ਹੀ ਨਹੀਂ। ਮੈਂ ਇਹੋ ਹੀ ਕਹਿਣਾ ਚਾਹੁੰਦਾ ਸੀ ਨਾ। ਦੇਖੋ, ਮੈਂ ਫਿਰ ਕਹਿ ਰਿਹਾ, ਇਹਨੂੰ ਧਰਮ ਪਰਿਵਰਤਨ ਨਾ ਜੋੜੀਏ। ਇੱਕ ਮੈਂ ਬਾਰਡਰ ਏਰੀਆ ਦੀ ਗੱਲ ਕਰ ਰਿਹਾ ਨਾ। ਬਾਰਡਰ ਏਰੀਆ ਦੇ ਵਿੱਚ ਇੱਕ ਬੰਦਾ ਗਰੀਬ ਆ, ਉਹਨੂੰ ਵਿਚਾਰੇ ਨੂੰ ਕੁਝ ਚੀਜ਼ਾਂ ਮਿਲਦੀਆਂ ਨਹੀਂ, ਕਈਆਂ ਨੂੰ ਤੇ ਦਰਿਆ ਟੱਪ ਕੇ ਜਾਣਾ ਪੈਂਦਾ, ਸੜਕਾਂ ਹੀ ਹੈ ਨਹੀਂ, ਉੱਥੇ ਸੁੱਖ ਸਹੂਲਤਾਂ ਹੈ ਹੀ ਨਹੀਂ। ਇੰਨਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਹੁੰਦੇ ਹੋਏ ਵੀ ਉਹ ਲੱਗਦਾ ਵੀ ਹੋਰ ਕਿਸੇ ਟਾਪੂ ਤੇ ਜ਼ਿੰਦਗੀ ਜੀ ਰਹੇ ਨੇ। ਉਹਨਾਂ ਨੂੰ ਕਿਸੇ ਧਰਮ ਨਾਲ ਕੋਈ ਨਹੀਂ, ਉਹਨਾਂ ਨੂੰ ਜਿਹੜਾ ਬੰਦਾ ਕੋਈ ਚੀਜ਼ ਦੇ ਜਾਏ ਉਹ ਉਹਦੇ ਨਾਲ ਤੁਰ ਪੈਂਦੇ ਨੇ। ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਆਈਦਰ ਯੂ ਆਰ ਹਿੰਦੂ ਔਰ ਸਿੱਖ ਔਰ ਮੁਸਲਮਾਨ ਔਰ ਈਸਾਈ, ਉਹਨਾਂ ਨੂੰ ਉਹਦਾ ਮਤਲਬ ਹੀ ਨਹੀਂਗਾ। ਦੇਖੋ, ਧਰਮ ਪਰਿਵਰਤਨ ਜਿਹੜਾ ਹੁੰਦਾ ਹੈ ਉਹ ਕਈਆਂ ਚੀਜ਼ਾਂ ਦੇ ਉੱਤੇ ਹੁੰਦਾ ਹੈ। ਸਿਰਫ ਆਪਾਂ ਸੋਚਦੇ ਵੀ ਬਾਰਡਰ ਏਰੀਆ ਦੇ ਵਿੱਚ ਜਾ ਕੇ ਲੋਕ ਰਾਸ਼ਨ ਵੰਡ ਆਉਂਦੇ ਨੇ ਤੇ ਜਾਂ ਹੋਰ ਕੋਈ ਪੈਸੇ ਦੇ ਆਉਂਦੇ ਨੇ, ਇਹਦੇ ਧਰਮ ਪਰਿਵਰਤਨ ਨਹੀਂ। ਇਹ ਤੇ ਕਈਆਂ ਦਾ ਧਰਮ ਪਰਿਵਰਤਨ ਨਹੀਂ ਹੁੰਦਾ। ਕਈ ਦੂਜੇ ਧਰਮ ਦੀਆਂ ਸਿੱਖਿਆਵਾਂ ਸੁਣ ਕੇ, ਉਹਨਾਂ ਦੇ ਵਿਚਾਰ ਸੁਣ ਕੇ ਹੀ ਧਰਮ ਪਰਿਵਰਤਨ ਕਰਦੇ ਨੇ। ਆਪਾਂ ਪਿੱਛੇ ਦਿਨਾਂ 'ਚ ਵੇਖਿਆ ਕਈ ਕ੍ਰਿਸਚਨ ਧਰਮ ਚੋਂ ਸਿੱਖ ਧਰਮ ਦੇ ਵਿੱਚ ਹੀ ਬੰਦੇ ਆਏ। ਇਹ ਦੇਖੋ, ਮਾਈਗ੍ਰੇਸ਼ਨ ਹੁੰਦੀ ਰਹਿੰਦੀ ਆ, ਇਹ ਲਾ ਇਹਦੀ ਕੋਈ ਵੱਡੀ ਗੱਲ ਨਹੀਂ। ਪਰ ਜਦੋਂ ਜੰਗੀ ਪੱਧਰ ਤੇ ਧਰਮ ਪਰਿਵਰਤਨ ਹੋਵੇ ਤੇ ਖਾਸ ਤੌਰ ਤੇ ਇਹੋ ਜਿਹੇ ਬੰਦੇ ਧਰਮ ਪਰਿਵਰਤਨ ਕਰਾਉਣ ਜਿਨ੍ਹਾਂ ਦਾ ਆਪਣਾ ਪਿੱਛੋਂ ਇਤਿਹਾਸ ਉਸ ਧਰਮ ਦੇ ਵਿੱਚ ਨਾ ਰਿਹਾ ਹੋਵੇ, ਉਹ ਬੜੀ ਖਤਰਨਾਕ ਗੱਲ ਹੈ ਜੀ। ਸਮਝੋ, ਆਪਣੇ ਕੋਲ ਸਮਾਂ ਨਹੀਂ, ਤੁਸੀਂ ਜੰਗੀ ਪੱਧਰ ਸ਼ਬਦ ਦਾ ਇਸਤੇਮਾਲ ਕੀਤਾ ਹੈ। ਲੱਗਦਾ ਕਿ ਬਾਰਡਰ ਏਰੀਆ ਜੰਗੀ ਪੱਧਰ ਤੇ ਧਰਮ ਪਰਿਵਰਤਨ ਹੋਇਆ ਹੈ। ਦਰਸ਼ਕ ਵੀ ਤੁਹਾਨੂੰ ਸੁਣ ਰਹੇ ਆ, ਦੇਖ ਰਹੇ ਆ। ਸੰਖੇਪ ਦੇ ਵਿੱਚ ਸਮਾਂ ਨਹੀਂ ਹੈ ਕਿ ਐਡੀ ਵੱਡੀ ਗੱਲ ਹੈ, ਫਿਰ ਤਾਂ ਬਹੁਤ ਵੱਡਾ ਇੱਕ ਤਰੀਕੇ ਨਾਲ ਉੱਥੇ ਹਾਹਾਕਾਰ ਮੱਚੀ ਵੀ ਹੈ ਜੇ ਵੱਡੀ ਪੱਧਰ ਤੇ ਧਰਮ ਪਰਿਵਰਤਨ ਹੈ ਬਾਰਡਰ ਏਰੀਆ 'ਚ। ਕੋਈ ਮੰਨਣ ਤੇ ਕੋਈ ਹਰਜ ਨਹੀਂਗਾ ਵੀ ਕਾਫੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਆ ਜਾਂ ਗੁਰਦਾਸਪੁਰ ਆ ਜਾਂ ਫਿਰੋਜ਼ਪੁਰ ਦਾ ਇਲਾਕਾ ਇੱਕ ਬਾਰਡਰ ਬੈਲਟ ਆ, ਉੱਥੇ ਕਾਫੀ ਜ਼ਿਆਦਾ ਧਰਮ ਜਿਹੜਾ ਓਕੇ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਕਿਵੇਂ ਦੇਖਦੇ ਹੋ? ਆਖਰਕਾਰ SGPC ਦੂਜੀਆਂ ਧਾਰਮਿਕ ਸੰਸਥਾਵਾਂ ਵੀ ਹੈ, ਆਪਾਂ ਗੱਲ ਕਰਦੇ ਹਾਂ ਕ੍ਰਿਸਚੀਅਨ ਦੀ, ਫਿਰ ਧਰਮ ਪਰਿਵਰਤਨ ਹੋ ਰਿਹਾ ਹੈ
ਤੇ ਕਦੇ ਸਾਰ ਤਾਂ ਲੈਂਦੇ ਨਹੀਂ ਜਾ ਕੇ ਗਰੀਬਾਂ ਦੀ। ਦੇਖੋ ਸਿੱਧੂ ਸਾਹਿਬ, ਕਾਫੀ ਹੱਦ ਤੱਕ ਜਿਹੜੀ ਗੱਲ ਹੈਗੀ ਹੈ ਆਪਣਾ ਲਾਰੈਂਸ ਚੌਧਰੀ ਸਾਹਿਬ ਨੇ ਸਪਸ਼ਟ ਕਰਤੀ ਹੈ ਕਿ ਉਹਨਾਂ ਨੇ ਖਰੜ ਦੇ ਉਸ ਪਾਸਟਰ ਦੇ ਖਿਲਾਫ ਖੁਦ ਹੀ ਕਾਰਵਾਈ ਕਰਨ ਨੂੰ ਕਿਹਾ, ਲੇਕਿਨ ਸਰਕਾਰ ਨੇ ਨਹੀਂ ਕੀਤੀ। ਇੱਥੋਂ ਇਹ ਚੀਜ਼ ਸਪਸ਼ਟ ਹੋ ਰਹੀ ਹੈ ਕਿ ਸਰਕਾਰ ਨੇ ਇਹ ਸਾਰੇ ਬੰਦੇ ਬਿਠਾਏ ਹੋਏ ਆ ਤੇ ਲੋੜ ਮੁਤਾਬਕ ਇੱਕ ਨੂੰ ਦੋ ਨੂੰ ਇਹ ਆਪੇ ਚੱਕ ਲੈਂਦੇ ਆ। ਤੇ ਜਦੋਂ ਇਹਨਾਂ ਦੀ ਜਿਹੜੀ ਟਾਈਮਿੰਗ ਦੀ ਗੱਲ ਕਰ ਰਹੇ ਆ, ਉਹਦੇ ਟਾਈਮਿੰਗ 'ਚ ਵਜਨ ਹੈ, ਉਹ ਕਨਵੀਨੀਅੰਸ ਦੇਖਦੇ ਆ ਕਿ ਸਾਨੂੰ ਇਹ ਕਦੋਂ ਫਾਇਦਾ ਹੋਏਗਾ। ਸੋ ਮੇਰੀ ਬੇਨਤੀ ਇਹ ਹੈ ਸਰਕਾਰਾਂ ਨੂੰ ਕਿ ਤੁਸੀਂ ਇਹ ਜਿਹੜਾ ਧੰਦਾ ਹੈਗਾ ਇਹਨੂੰ ਬੰਦ ਕਰੋ, ਲੋਕਾਂ ਦੇ ਇਮੋਸ਼ਨਸ ਨਾਲ ਨਾ ਖੇਡੋ। ਤੇ ਇਹਦੇ ਪਹਿਲਾਂ ਹੀ ਜਿਹੜਾ ਸਮਾਜ ਹੈ ਉਹ ਗੁਰਬਤ ਦੇ ਵਿੱਚ ਹੈ। ਜੇ ਤੁਸੀਂ ਕਾਰਵਾਈ ਕਰਨੀ ਹੈ ਤੇ ਫਿਰ ਐਸਾ ਮੈਸੇਜ ਨਾ ਜਾਵੇ ਕਿ ਇੱਕ ਪਰਟੀਕੂਲਰ ਕਮਿਊਨਿਟੀ ਦੇ ਬਾਬਿਆਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ। ਫਿਰ ਤੁਸੀਂ ਪੱਧਰ ਰੱਖ ਸਾਰੇ ਬਾਬਿਆਂ ਨੂੰ ਸਫਾਈ ਕਰੋ, ਪਿਕ ਐਂਡ ਚੂਜ਼ ਨਾ ਕਰੋ। ਮੇਰੀ ਬੇਨਤੀ ਗਵਰਨਮੈਂਟ ਨੂੰ ਇਹ ਹੈ ਕਿ ਪਿਕ ਐਂਡ ਚੂਜ਼ ਨਾ ਕੀਤਾ ਜਾਵੇ, ਸਾਰੇ ਬਾਬਿਆਂ ਦੀ ਇੱਕ ਵਾਰੀ ਈਡੀ ਜਾਂਚ ਕਰੇ, ਸਾਰੇ ਬਾਬਿਆਂ ਦੇ ਖਾਤੇ ਸਰਚ ਕੀਤੇ ਜਾਣ। ਜਿਹੜੇ ਬਾਬੇ ਕਰੋੜ ਰੁਪਏ ਦੀਆਂ ਗੱਡੀਆਂ 'ਚ ਘੁੰਮ ਰਹੇ ਹੈ, ਥੈਂਕ ਯੂ ਵੈਰੀ ਮਚ, ਪੱਲੇ ਉਹਨਾਂ ਦੇ ਮਤਲਬ ਸੋਰਸ ਆਫ ਇਨਕਮ ਕੋਈ ਨਹੀਂ ਹੈ, ਉਹਦੀ ਜਾਂਚ ਹੋਣੀ ਚਾਹੀਦੀ ਹੈ ਜੀ। ਥੈਂਕ ਯੂ। ਸੰਜੇ ਕਪੂਰ ਸਵਾ ਵੀ ਨਹੀਂ ਹੈ, ਪਰ ਸਵਾਲ ਵੱਡਾ ਜੋ ਗੱਲ ਕੀਤੀ ਅਮਰਿੰਦਰ ਨੇ, ਕਹਿੰਦੇ ਫਿਰ ਜੇ ਜਿਹੜੀਆਂ ਵੱਡੀਆਂ ਗੱਡੀਆਂ ਲੈ ਕੇ ਬਾਬੇ ਘੁੰਮਦੇ ਆ ਤੇ ਬਹੁਤ ਵੱਡੇ ਜਿਹੜੇ ਐਸ਼ੋ ਦੀ ਆਪਣਾ ਲਾਈਫ ਬਤੀਤ ਕਰਦੇ ਆ, ਫਿਰ ਜਾਂਚ ਸਾਰਿਆਂ ਦੀ ਹੋਵੇ ਨਾ, ਕੱਲੇ ਕ੍ਰਿਸਚੀਅਨ ਬਾਬਿਆਂ ਦੀ ਕਿਉਂ ਹੋਵੇ? ਬਿਲਕੁਲ ਐਗਰੀਡ ਹਾਂ। ਜੇ ਕਿਸੇ ਬਾਰੇ ਕੋਈ ਜਾਣਕਾਰੀ ਸਰਕਾਰ ਦੇ ਪਾਸ ਆਏਗੀ ਕਿ ਇਹ ਬੰਦਾ ਕੁਝ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੈਗਾ ਵੈ, ਤੇ ਡੈਫੀਨਿਟਲੀ ਸਰਕਾਰ ਉਹਦੀ ਜਾਂਚ ਕਰੇਗੀ। ਇਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਕਿ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਜਾਏਗਾ। ਜੇ ਕੋਈ ਸਮਾਜ ਦੀ ਭਾਵਨਾਵਾਂ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰੇਗਾ, ਸਮਾਜ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੇਗਾ, ਜਾਂ ਕੁਝ ਆਪਣੀ ਗਲਤ ਐਕਟੀਵਿਟੀਜ਼ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਸਰਕਾਰ ਡੈਫੀਨਿਟਲੀ ਜਾਂਚ ਕਰੇਗੀ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਕੋਈ ਸਮਾਜ ਇੱਕ ਸਹੀ ਢੰਗ ਦੇ ਨਾਲ ਚੱਲੇ। ਸੋ ਮੈਂ ਐਗਰੀਡ ਹਾਂ ਇਹਨਾਂ ਨਾਲ ਇਸ ਗੱਲ ਤੋਂ ਕਿ ਜੇ ਕਿਤੇ ਕੋਈ ਐਸੀ ਗੱਲ ਹੋਏਗੀ, ਸਰਕਾਰ ਦੀ ਡੈਫੀਨਿਟਲੀ ਪਿਛਲੇ ਟਾਈਮ ਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਲੋਕਾਂ ਦਾ ਸਾਹਮਣੇ ਆਇਆ ਹੈਗਾ ਵਾ, ਜਿਸ ਤਰ੍ਹਾਂ ਰਾਮ ਰਹੀਮ ਦਾ ਸਾਹਮਣੇ ਆਇਆ ਮੈਟਰ, ਉਹਦੀ ਵੀ ਜਾਂਚ ਹੋਈ। ਆਸਾਰਾਮ ਬਾਪੂ ਦੀ ਜਾਂਚ ਹੋਈ। ਹਰਿਆਣਾ ਦੇ ਵਿੱਚ ਉਹ ਹੋ ਗਏ ਸੀ ਰਾਮਪਾਲ, ਉਹ ਸੰਤ ਬਣੇ ਹੋਏ ਸੀ, ਉਹਨਾਂ ਦੀ ਵੀ ਜਾਂਚ ਹੋਈ। ਜਿਹੜੇ ਸਾਹਮਣੇ ਆਈ ਗਏ ਹੈ, ਸਰਕਾਰ ਦੀ ਜਾਣਕਾਰੀ 'ਚ ਇਨਪੁਟ ਆਈ ਹੋਈ ਹੈ, ਸਰਕਾਰ ਨੂੰ ਕੁਝ ਇਨਫੋਰਮੇਸ਼ਨ ਮਿਲੀ ਹੈ, ਸਰਕਾਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਹੈਗਾ ਵਾ। ਔਰ ਭਵਿੱਖ ਦੇ ਵਿੱਚ ਵੀ ਜੇ ਕੋਈ ਜਾਣਕਾਰੀ ਐਸੀ ਸਰਕਾਰ ਦੀ ਜਾਣਕਾਰੀ ਦੇ ਵਿੱਚ ਆਏਗੀ ਤੇ ਐਕਸ਼ਨ ਲਿੱਤਾ ਜਾਏਗਾ। ਸੰਜੇ ਕਪੂਰ ਜੀ, ਸਮਾਂ ਤਾਂ ਨਹੀਂ ਹੈ। ਵਰਿੰਦਰ ਜੀ ਨੇ ਇਹ ਗੱਲ ਵੀ ਕਹੀ ਹੈ ਕਿ ਕੁਝ ਬਾਬਿਆਂ ਨੂੰ ਲੱਗਦਾ ਕਿ ਸਰਕਾਰ ਵੱਲੋਂ ਕੋਈ ਕੰਸੈਸ਼ਨ ਜਾਂ ਰਿਆਇਤ ਵੀ ਦਿੱਤੀ ਜਾਂਦੀ ਹੈ। ਉਹ ਹੁਣ ਅਮਰਿੰਦਰ ਜੀ ਨੂੰ ਜ਼ਿਆਦਾ ਬੈਟਰ ਪਤਾ ਹੋਏਗਾ ਕਿ ਕਿਹੜੇ ਬਾਬੇ ਨੂੰ ਸਰਕਾਰ ਨੇ ਕਿਆ ਕੰਸੈਸ਼ਨ ਜਾਂ ਰਿਆਇਤ ਦਿੱਤੀ ਹੀ ਹੈ। ਮੈਂ ਸਮਝਦਾ ਕਿ ਸਰਕਾਰ ਇੱਕ ਬੜੇ ਨਿਊਟਰਲ ਵੇ ਨਾਲ ਕੰਮ ਕਰਦੀ ਹੀ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸੁਸਾਇਟੀ ਸਹੀ ਢੰਗ ਨਾਲ ਚੱਲੇ, ਔਰ ਜੇ ਕੋਈ ਗਲਤ ਜਾਣਕਾਰੀ ਸਾਹਮਣੇ ਆਉਂਦੀ ਹੈ, ਸਰਕਾਰ ਆਪਣਾ ਕੰਮ ਕਰਦੀ ਜੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਵੱਡੇ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਤੇ ਕੇਂਦਰੀ ਏਜੰਸੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕੋਈ ਕ੍ਰਿਸਚੀਅਨਸ ਆਪਣੇ ਆਪ ਨੂੰ ਜਿਹੜੇ ਆਗੂ ਕਹਾਉਂਦੇ ਹੈ ਜਾਂ ਚਰਚਾਂ ਦੇ ਉੱਪਰ, ਪਰ ਸਵਾਲ ਵੱਡਾ ਹੈ ਕਿ ਇਹ ਧਰਮ ਪਰਿਵਰਤਨ ਨਾਲ ਜੁੜਿਆ ਵਾ ਮੁੱਦਾ ਹੈ ਜਾਂ ਜਿਹੜੇ ਫੋਰਨ ਫੰਡਿੰਗ ਜਾਂ ਹੋਰ ਢੰਗਾਂ ਨਾਲ ਕਿੱਦਾਂ ਸਰਮਾਇਆ ਇਕੱਠਾ ਹੁੰਦਾ ਹੈ, ਉਹਨਾਂ ਮਾਮਲਿਆਂ ਦੀ ਜਾਂਚ ਹੈ। ਇਹ ਵੀ ਕਿਹਾ ਗਿਆ ਕਿ ਹਰ ਇਸ਼ੂ ਨੂੰ, ਹਰ ਮਾਮਲੇ ਨੂੰ ਧਰਮ ਪਰਿਵਰਤਨ ਨਾਲ ਜੋੜ ਕੇ ਨਾ ਦੇਖਿਆ ਜਾਏ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਸਾਰੇ ਮਹਿਮਾਨਾਂ ਦਾ ਤੁਹਾਡੇ ਵੱਲੋਂ ਧੰਨਵਾਦੀ ਹਾਂ। ਤੇ ਜੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।